प्यारे श्रोतियों, ਤੁਸੀਂ 90.4 FM ਅਵਤਾਰ ਰੇਡੀਓ ਕੁਦਰਤ ਦੀ ਆਵਾਜ਼ ਸੰਗ ਜੁੜ ਚੁੱਕੇ ਹੋ ਤੇ ਇਸ ਸਮੇਂ ਸਮਾਂ ਹੋ ਚੁੱਕਾ ਹੀ ਪ੍ਰੋਗਰਾਮ ਰੰਗਮੰਚ ਦਾ ਤੇ ਰੰਗਮੰਚ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਆਰਜੇ ਕੁਲਜਿੰਦਰ ਕੌਰ ਤੇ ਮੇਰੇ ਨਾਲ ਨੇ ਆਰਜੇ ਅਮਨਦੀਪ ਕੌਰ ਜੀ। ਸੋ ਜੀ ਸਤਿ ਸ਼੍ਰੀ ਅਕਾਲ। ਜਿੰਨੇ ਵੀ ਅਵਤਾਰ ਰੇਡੀਓ ਨੂੰ ਸੁਣ ਰਹੇ ਆ, ਚਾਹੇ ਦੇਸ਼ ਵਿੱਚ ਆ ਚਾਹੇ ਵਿਦੇਸ਼ ਵਿੱਚ ਆ, ਚਾਹੇ ਕਿਤੇ ਵੀ ਆ, ਹਨਾ ਜੀ। ਤੇ ਅਵਤਾਰ ਰੇਡੀਓ ਨੂੰ ਟਿਊਨ ਕੀਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਜੀ ਆਇਆਂ ਨੂੰ, ਜੀ ਆਇਆਂ ਨੂੰ, ਜੀ ਆਇਆਂ ਨੂੰ। ਤੇ ਅਮਨ ਭੈਣ ਜੀ, ਜਿੱਦਾਂ ਕਿ ਆਪਾਂ ਹਰ ਰੋਜ਼ ਇੱਕ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੁੰਦੇ ਹਾਂ ਆਪਣੇ ਸਰੋਤਿਆਂ ਦੇ ਕੋਲ ਤੇ ਹਰ ਰੋਜ਼ ਕਿਸੇ ਨਾ ਕਿਸੇ ਨਵੇਂ ਵਿਚਾਰਾਂ ਦੇ ਉੱਤੇ ਸਾਂਝ ਪਾਉਂਦੇ ਹੈਗੇ ਆ। ਸੋ ਅੱਜ ਮੇਰਾ ਬੜਾ ਮਨ ਕਰ ਰਿਹਾ ਕਿ ਆਪਣੇ ਸਰੋਤਿਆਂ ਦੇ ਨਾਲ ਬਚਪਨ ਦੀਆਂ ਗੱਲਾਂ ਜਾਂ ਬਚਪਨ ਦੇ ਬਾਰੇ ਸਾਂਝਾ ਕਰਨਾ ਜਾਣ ਕਿ ਬਚਪਨ ਦੇ ਵਿੱਚ ਅਸੀਂ ਕਿਵੇਂ ਟੈਨਸ਼ਨ ਫ੍ਰੀ ਹੁੰਦੇ ਹੈਗੇ ਆ, ਸਾਨੂੰ ਕੋਈ ਟੈਨਸ਼ਨ ਨਹੀਂ ਹੁੰਦੀ, ਸਾਨੂੰ ਸਾਰੇ ਹੀ ਆਪਣੇ ਲੱਗਦੇ ਆ ਜੀ। ਤੇ ਜਿਉਂ-ਜਿਉਂ ਅਸੀਂ ਵੱਡੇ ਹੁੰਦੇ ਜਾਂਦੇ ਹਾਂ ਤਿਉਂ-ਤਿਉਂ ਜ਼ਿੰਮੇਵਾਰੀਆਂ ਸਿਰ ਤੇ ਪੈਂਦੀਆਂ ਜਾਂਦੀਆਂ ਤੇ ਜਿੱਦਾਂ-ਜਿੱਦਾਂ ਜ਼ਿੰਮੇਵਾਰੀਆਂ ਪੈਂਦੀਆਂ ਜਾਂਦੀਆਂ ਉਦਾਂ-ਉਦਾਂ ਫਿਰ ਸਾਡੀਆਂ ਟੈਨਸ਼ਨਾਂ ਵਧਦੀਆਂ ਜਾਂਦੀਆਂ ਤੇ ਉਹੀ ਲੋਕ ਜਿਹੜੇ ਕਦੀ ਸਾਨੂੰ ਲੱਗਦੇ ਹੁੰਦੇ ਕਿ ਸਾਡੇ ਆਪਣੇ ਆ, ਉਹੀ ਬੇਗਾਨੇ ਲੱਗਣੇ ਸ਼ੁਰੂ ਹੋ ਜਾਂਦੇ। ਕੁਲਜਿੰਦਰ ਜੀ ਸੌਖੀ ਜੀ ਉਦਾਹਰਨ ਦੇ ਦਿੰਦੇ ਆ ਜੀ। ਜਿੱਦਾਂ ਬੱਚੇ ਦੀ ਉਮਰ ਗਰੋਥ ਹੁੰਦੀ ਹੈ ਨਾ, ਬਿਲਕੁਲ ਜੀ। ਉਹਦੇ ਕੱਪੜਿਆਂ ਦੇ ਵਿੱਚ ਵੀ ਤਬਦੀਲੀ ਆਉਂਦੀ ਹੈ ਨਾ, ਰੇਟ ਦੇ ਵਿੱਚ ਵੀ ਤਬਦੀਲੀ ਆਉਂਦੀ ਹੈ। ਜਿਵੇਂ ਕੱਚਾ ਘਰ ਆ, ਜਿਵੇਂ ਜਿਵੇਂ ਉਹ ਵੱਡਾ ਹੁੰਦਾ ਜਾਂਦਾ, ਉਹਦੀ ਸਾਫ ਸਫਾਈ ਹੈ ਨਾ, ਸਾਜੋ ਸਮਾਨ ਸਾਰਾ ਕੁਝ ਜਿਹੜਾ ਆ ਉਹਦੇ ਵੀ ਜਿਹੜਾ ਆ ਉੱਤੇ ਵੀ ਤਬਦੀਲੀ ਆਉਂਦੀ ਰਹਿੰਦੀ ਹੈ ਨਾ। ਸੋ ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ, ਕਿਉਂਕਿ ਜਦੋਂ ਅਸੀਂ ਆਪਣੀਆਂ ਖੁਆਇਸ਼ਾਂ ਨੂੰ ਵਧਾਉਣੇ ਆ ਨਾ, ਬਿਲਕੁਲ, ਤੇ ਜਦੋਂ ਅਸੀਂ ਆਪਣੀਆਂ ਖੁਆਇਸ਼ਾਂ ਨਵੀਆਂ ਪਾਲਦੇ ਆ ਹਨਾ, ਤਾਂ ਉਹਨਾਂ ਨੂੰ ਪੂਰਾ ਕਰਨ ਦੇ ਲਈ ਸਾਨੂੰ ਮਿਹਨਤ ਵੀ ਲੋੜ ਤੋਂ ਵੱਧ ਕਰਨੀ ਪੈਂਦੀ ਆ। ਤਾਂ ਜਿੰਨੇ ਅਸੀਂ ਖਰਚੇ ਵਧਾਈ ਜਾਂਦੇ ਆ ਉਹਨਾਂ ਹੀ ਸਾਨੂੰ ਮਿਹਨਤ ਵੀ ਜ਼ਿਆਦਾ ਕਰਨੀ ਪੈਂਦੀ ਹੈ। ਤੇ ਜੇ ਮਿਹਨਤ ਜ਼ਿਆਦਾ ਕਰਦੇ ਆ ਤਾਂ ਸਿਹਤ ਵੱਲ ਖਿਆਲ ਨਹੀਂ ਦੇ ਪਾਉਂਦੇ। ਜੇ ਸਿਹਤ ਵੱਲ ਖਿਆਲ ਨਹੀਂ ਦੇ ਪਾਉਂਦੇ ਤਾਂ ਫਿਰ ਬਿਮਾਰੀਆਂ ਜਿਹੜੀਆਂ ਆ ਉਹ ਤਾਂ ਘਰ ਦੇ ਵਿੱਚ ਆਉਣਗੀਆਂ ਹੀ ਆਉਣਗੀਆਂ। ਦਾਇਰਾ ਵਧਾਉਣੇ ਆ। ਦੇਖੋ, ਜੇ ਅਸੀਂ ਮੰਨ ਲਓ ਆਪਣਾ ਘਰ ਵੱਡਾ ਕੀਤਾ ਆ ਹਨਾ, ਤੇ ਆਪਣੇ ਦੋਸਤਾਂ ਦੇ ਵਿੱਚ ਸਾਡੀ ਵੱਡੀ ਹੋਂਦ ਬਣੀ ਹੈ ਹਨਾ, ਤੇ ਉਹਨਾਂ ਦਾ ਆਉਣ ਜਾਣ ਤੇ ਖਰਚਾ ਜ਼ਰੂਰ ਵਧੂਗਾ ਕਿਉਂਕਿ ਉਹਨਾਂ ਦੇ ਚਾਹ ਪਾਣੀ, ਉਹਨਾਂ ਦੇ ਆਉਣ ਜਾਣ ਤੇ ਹਨਾ, ਸਾਰੇ ਚਾਹ ਪਾਣੀ ਦੇ ਨਾਲ ਨਾਲ ਬਿਜਲੀ ਦਾ ਖਰਚਾ ਹਨਾ, ਤੇ ਸਾਫ ਸਫਾਈ ਦਾ ਖਰਚਾ, ਤੇ ਤੁਹਾਡੀ ਟੈਨਸ਼ਨ ਗਾਂ ਦੀ ਗਾਂ ਵਧਣੀ ਆ। ਪਰ ਅਸੀਂ ਇਹ ਨਹੀਂ ਕਹਿੰਦੇ ਕਿ ਨਾ ਵਧਾਓ, ਪਰ ਵਧਾਉਣਾ ਜ਼ਰੂਰੀ ਹੈ, ਪਰ ਨਾਲ ਦੀ ਨਾਲ ਆਪਣੀ ਆਮਦਨ ਦੇਖ ਕੇ। ਬਜ਼ੁਰਗ ਦੀ ਗੱਲ ਕਿਹਾ ਕਰਦੇ ਨੇ, ਸ਼ਾਇਦ ਤੁਸੀਂ ਵੀ ਬਹੁਤ ਵਾਰ ਸੁਣੀ, ਮੈਂ ਤਾਂ ਬਹੁਤ ਜ਼ਿਆਦਾ, ਕਿ ਚਾਦਰ ਦੇਖ ਕੇ ਪੈਰ ਪਸਾਰ ਜਾ। ਤੈਨੂੰ ਪਤਾ ਤੇਰੀ ਕਮਾਈ 300 ਰੁਪਇਆ ਦਿਹਾੜੀ ਤੇ 2000 ਰੁਪਏ ਵੱਲੋਂ ਫਾਹਾ ਕਿਉਂ ਲੈਣਾ? ਇਹ ਫਾਹਾ ਸ਼ਬਦ ਤਾਂ ਉਦੋਂ ਹੀ ਵਰਤਿਆ ਜਾਂਦਾ ਹੈ ਨਾ ਕਿ ਅੱਡੀਆਂ ਚੱਕ ਕੇ ਫਾਹਾ ਨਹੀਂ ਲੈਣਾ ਚਾਹੀਦਾ ਹਨਾ। ਤੇ ਜੇ ਪਰਿਵਾਰ ਸਾਡਾ ਗਰੀਬ ਆ ਤਾਂ ਅਸੀਂ ਜੇ ਵਿਆਹ ਕਰਨਾ ਆ ਕਿਸੇ ਬੱਚੀ ਦਾ ਜਾਂ ਕਿਸੇ ਦਾ ਹਨਾ, ਤਾਂ ਅਸੀਂ ਫਿਰ ਪੈਲਸ ਜਾਂ ਹੋਰ ਲਟਰਾਂ ਪਟਰਾਂ ਤੇ ਲੋੜ ਤੋਂ ਵੱਧ ਖਰਚਾ ਵੀ ਹਨਾ, ਮੇਰੀ ਕੁੜੀ ਸੁੱਖ ਰਵੇ ਸੁਖੀ ਰਵੇ, ਦਾਜ ਵੀ, ਮਿਲਣੀਆਂ ਤੇ ਵੀ, ਤੇ ਪਤਾ ਨੀ ਕੀ ਕੀ ਸਾਰਾ ਕਰਦੇ ਆ। ਕਿਉਂਕਿ ਜਿਹੜਾ ਇਨਸਾਨ ਇਸ ਤਰ੍ਹਾਂ ਕਰ ਰਿਹਾ ਹਨਾ, ਇੱਕ ਬੱਚੇ ਨੂੰ ਉਸ ਟਾਈਮ ਤੇ ਤਾਂ ਅਸੀਂ ਕਹਿੰਦੇ ਇਹ ਕਹਿੰਦੇ ਨੇ ਕਿ ਬੱਚੇ ਨੂੰ ਵਿਆਹ ਲਿਆ, ਸਾਡੀਆਂ ਜ਼ਿੰਮੇਵਾਰੀਆਂ ਹਨਾ ਪੂਰੀਆਂ ਹੋ ਗਈਆਂ। ਮੈਨੂੰ ਲੱਗਦਾ ਕਿ ਜ਼ਿੰਮੇਵਾਰੀਆਂ ਵੱਧ ਗਈਆਂ। ਅੱਗੇ ਇਕੱਲੀ ਬੱਚੀ ਸੀ, ਹੁਣ ਉਹਦਾ ਸਹੁਰੇ ਪਰਿਵਾਰ ਦੇ ਜਿੰਨੇ ਜੀ ਆ ਉਹਨਾਂ ਦਾ ਵੀ ਨਾਲ ਚੱਲਣਾ ਹਨਾ। ਤਾਂ ਇੱਕ ਘਰ ਦੇ ਵਿੱਚ ਸਾਡੇ ਉਹ ਰੌਣਕ ਜਾਣੀ ਆ ਤੇ ਖਰਚਾ ਵਧਣਾ ਆ। ਬਿਲਕੁਲ ਅਮਨ ਜੀ, ਇਸੇ ਗੱਲ ਤੇ ਮੈਨੂੰ ਇੱਕ ਗੱਲ ਯਾਦ ਆ ਰਹੀ ਆ। ਸਾਡੇ ਬਜ਼ੁਰਗ ਸੁਣਾਉਂਦੇ ਹੁੰਦੇ ਆ ਜੀ, ਅੱਜ ਤੋਂ ਕੋਈ 50 ਸਾਲ ਪਹਿਲਾਂ ਦੀ ਗੱਲ ਹੋਣੀ ਆ। ਵਿਆਹ ਰੱਖ ਲਿਆ ਕੁੜੀ ਦਾ, ਰਿਸ਼ਤਾ ਕਰਵਾਤਾ ਵਿਚੋਲੇ ਨੇ। ਵਿਚੋਲੇ ਦਾ ਨਾਮ ਕਰਮ ਸਿੰਘ ਸੀਗਾ ਜੀ, ਤੇ ਉਹ ਵਿਆਹ ਰੱਖ ਦਿੱਤਾ। ਤੇ ਵਿਚੋਲੇ ਨੂੰ ਪਹਿਲਾਂ ਮੁੰਡੇ ਵਾਲਿਆਂ ਨੇ ਕਿਹਾ ਵੀ ਸਾਨੂੰ ਕੁਝ ਨਹੀਂ ਚਾਹੀਦਾ ਹੈਗਾ, ਕਿ ਕੁੜੀ ਚਾਹੀਦੀ ਹੈ ਜਿਹੜੀ ਘਰ ਦਾ ਸਾਰਾ ਕੰਮ ਜਾਣਦੀ ਹੋਵੇ। ਪਹਿਲਾਂ ਇਹ ਕਹਿੰਦੇ ਆ। ਬਿਲਕੁਲ ਜੀ, ਵੀ ਸਿਲਾਈ ਕਢਾਈ ਉਹਨੂੰ ਆਉਂਦੀ ਹੋਵੇ, ਰੋਟੀ ਪਾਣੀ ਪਕਾਉਣਾ ਆਉਂਦਾ ਹੋਵੇ, ਸਾਡੇ ਪਰਿਵਾਰ ਚ ਰਲ ਮਿਲ ਕੇ ਬੈਠਣ ਵਾਲੀ ਹੋਵੇ, ਚੁੱਲ੍ਹਾ ਚੌਂਕਾ ਵਧੀਆ ਕਰ ਲੈਂਦੀ ਹੋਵੇ ਜੀ। ਤੇ ਅੱਜ ਤੋਂ 50 ਸਾਲ ਪਿੱਛੇ ਚੱਲ ਜਾਈਏ ਤੇ ਆਪਾਂ ਨੂੰ ਉਦੋਂ ਸਿੰਪਲ ਜੀ ਇੱਕ ਗੱਲ ਕਹੀ ਜਾਂਦੀ ਹੁੰਦੀ ਸੀ ਵੀ ਕੁੜੀ ਉਹ ਚਾਹੀਦੀ ਹੈ ਜਿਹੜੇ ਘਰ ਦੇ ਸਾਰੇ ਕੰਮ ਕਰ ਲੈਂਦੀ ਹੋਵੇ। ਕੀ ਹੁੰਦਾ ਸੀ ਕਿ ਕੱਚੇ ਘਰ ਹੁੰਦੇ ਸੀ ਤਕਰੀਬਨ, ਖੇਤੀਬਾੜੀ ਦਾ ਕੰਮ ਹੁੰਦਾ ਸੀ, ਤੇ ਜਿਹੜੇ ਸੀਰੀ ਆ ਉਹ ਵੀ ਬਹੁਤ ਜ਼ਿਆਦਾ ਲੱਗੇ ਹੋਏ ਹੁੰਦੇ ਸੀਗੇ। ਤੇ ਉਦੋਂ ਇਹੀ ਹੁੰਦਾ ਸੀ ਕਿ ਜਿਹੜੀ ਨੌਕਰ ਰੱਖੇ ਹੋਏ ਘਰ ਚ ਉਹਨਾਂ ਦੀ ਰੋਟੀ ਪਾਣੀ ਜਿਹੜੀ ਆ ਉਹ ਕਰ ਸਕੇ ਕੁੜੀ, ਤੇ ਨਾਲ ਦੀ ਨਾਲ ਉਹਨੂੰ ਘਰ ਦਾ ਕੰਮ ਆਉਂਦਾ ਹੋਵੇ, ਲਾਈਕ ਦਰੀਆਂ ਬੁਣ ਲੈਂਦੀ ਹੋਵੇ ਜੀ, ਮੰਜੇ ਬੁਣ ਲੈਂਦੀ ਹੋਵੇ, ਘਰ ਦੇ ਸਾਜੋ ਸਮਾਨ ਨੂੰ ਆਪ ਤਿਆਰ ਘਰ ਦਾ ਸਾਰਾ ਸਮਾਨ ਹੱਥੀਂ ਤਿਆਰ ਕਰ ਲੈਂਦੀ ਹੋਵੇ। ਤੇ ਉਹ ਕੁੜੀ ਦੇ ਵਿੱਚ ਸਾਰੇ ਹੀ ਗੁਣ ਹੈਗੇ ਸੀਗੇ।
ਤੇ ਉਹਨਾਂ ਦੀ ਇੱਕ ਹੋਰ ਸ਼ਰਤ ਸੀ ਵੀ ਕੁੜੀ ਜਿਹੜੀ ਉਹ ਪੜ੍ਹੀ ਲਿਖੀ ਨਹੀਂ ਹੋਣੀ ਚਾਹੀਦੀ। ਵਾਹ। ਜੇ ਪੜ੍ਹੀ ਲਿਖੀ ਹੋਈ ਤਾਂ ਫਿਰ ਸਾਡੇ ਘਰ ਦੇ ਵਿੱਚ ਕਲੇਸ਼ ਪਾ ਦੂਗੀ, ਸਾਡਾ ਘਰ ਜਿਹੜਾ ਅਲੱਗ ਕਰ ਦੂਗੀ, ਸਾਡੇ ਘਰ ਚ ਆਣ ਕੇ ਤੇ ਉਹ ਫੁੱਟ ਪਾ ਦੂਗੀ ਜੀ। ਤੇ ਉਹ ਰੱਬ ਵੱਲੋਂ ਹੀ ਕੁੜੀ ਅਨਪੜ੍ਹ ਸੀਗੀ ਤੇ ਵਿਆਹ ਰੱਖ ਲਿਆ, ਰਿਸ਼ਤਾ ਹੋ ਗਿਆ, ਕਿਉਂਕਿ ਮੁੰਡੇ ਵਾਲੇ ਕਾਫੀ ਸਰਮਾਏਦਾਰ ਲੋਕ ਸੀਗੇ ਜੀ, ਵਧੀਆ ਜ਼ਮੀਨ ਸੀ ਉਹਨਾਂ ਦੀ, ਵਧੀਆ ਕਾਰੋਬਾਰ ਸੀ, ਕੰਮਕਾਰ ਬਹੁਤ ਸੀ। ਜਦੋਂ ਵਿਆਹ 'ਚ ਰਹਿ ਕੇ 10 ਦਿਨ ਤੇ ਉਹ ਕਰਮ ਸਿੰਘ ਦੇ ਕੋਲ ਉਹਨਾਂ ਨੇ ਇੱਕ ਲੰਮੀ ਸਾਰੀ ਲਿਸਟ ਜਿਹੜੀ ਆ ਉਹ ਹੱਥ ਫੜਾਤੀ ਉਹਦੇ ਜੀ, ਵੀ ਵਿਆਹ 'ਚ ਰਹਿ ਕੇ 10 ਦਿਨ ਭਾਈ ਮੁੰਡੇ ਦੇ ਪੇ ਨੂੰ ਕੜਾ ਚਾਹੀਦਾ ਆ, ਮੁੰਡੇ ਦੀ ਮਾਂ ਨੂੰ ਸੋਨੇ ਦਾ ਸੈੱਟ ਚਾਹੀਦਾ ਆ, ਤੇ ਮੁੰਡੇ ਲਈ ਤਾਂ ਉਹਨਾਂ ਦਾ ਆਪਦਾ ਜਵਾਈ ਆ ਜੋ ਮਰਜ਼ੀ ਪਾ ਦੇਣ, ਹਾਂ ਕੁੜੀ ਨੇ ਵਰਤਣਾ ਜੀ। ਤੇ ਨਾਲ ਦੀ ਨਾਲ ਜਿੰਨਾ ਵੀ ਦਾਜ ਦਹੇਜ ਆ ਉਹ ਵੀ ਸਾਰਾ ਕੁੜੀ ਨੇ ਵਰਤਣਾ ਹੀ, ਕਿਹੜਾ ਆਪ ਵਰਤਣਾ ਆ। ਵੀ ਦਾਜ ਦੇ ਵਿੱਚ ਪਹਿਲਾਂ ਸਾਈਕਲ ਦੇਣ ਦਾ ਰਿਵਾਜ ਹੁੰਦਾ ਸੀ, ਤੇ ਫਿਰ ਹੌਲੀ ਹੌਲੀ ਉਦੋਂ ਮੋਟਰਸਾਈਕਲ ਵੀ ਆ ਗਏ ਸੀ ਜੀ। ਤੇ ਕਹਿੰਦੇ ਵੀ ਮੋਟਰਸਾਈਕਲ ਦੇ ਦੇਣ ਚਾਹੇ ਸਾਈਕਲ ਦੇ ਦੇਣ, ਉਹ ਉਹਨਾਂ ਦੀ ਖੁਸ਼ੀ ਆ। ਤੇ ਨਾਲ ਦੀ ਨਾਲ ਜਿੰਨਾ ਵੀ ਘਰ ਦਾ ਸਾਰਾ ਸਮਾਨ ਹੁੰਦਾ ਉਹ ਵੀ ਨਾਲ ਹੀ ਦੇ ਦੇਣ, ਵੀ ਅਸੀਂ ਨਵਾਂ ਘਰ ਬਣਾਇਆ ਵਾ ਤੇ ਉਹਦੇ ਵਿੱਚ ਸਮਾਨ ਇਸੇ ਕਰਕੇ ਨਹੀਂ ਪਾਇਆ ਸੀ ਵੀ ਮੁੰਡੇ ਦਾ ਵਿਆਹ ਹੋ ਜਾਣਾ ਆ, ਤੇ ਫਿਰ ਨੌਂ ਦਾ ਸਮਾਨ ਕਿੱਥੇ ਰੱਖਣਾ ਆ ਜੀ। ਵੀ ਮੰਜੇ ਪੀੜੇ ਪਲੰਗ ਸਾਰਾ ਕੁਝ ਦੇ ਦੇਣਾ ਜੀ। ਤੇ ਨਾਲ ਦੀ ਨਾਲ ਹੀ ਉਹਨਾਂ ਨੇ ਇਹ ਵੀ ਕਹਿਤਾ ਵੀ ਚਾਚੇ ਤਾਏ ਜਿਹੜੇ ਆ ਉਹ ਮੁੰਡੇ ਦੇ ਹੈਗੇ ਆ ਜੀ 10, ਤੇ ਉਹ 10 ਨੂੰ ਮੁੰਦੀਆਂ ਪਾ ਦੇਣ ਜੀ। ਮਾਮੇ 5 ਮਾਮਿਆਂ ਨੂੰ ਮੁੰਦੀਆਂ ਪਾ ਦੇਣ, ਭੈਣ ਭਰਾਵਾਂ ਨੂੰ, ਮਤਲਬ ਸਾਰਾ ਉਹਨਾਂ ਨੇ ਲਿਸਟ ਤਿਆਰ ਕਰਕੇ ਦਿੱਤੀ, ਕਾਫੀ ਲੰਮੀ ਚੌੜੀ ਲਿਸਟ ਜੀ ਜੀ। 10 ਦਿਨ ਰਹਿ ਗਏ ਸੀ, ਕਾਰਡ ਵੰਡੇ ਜਾ ਚੁੱਕੇ ਸੀ, ਸੁਨੇਹੇ ਲੱਗ ਚੁੱਕੇ ਸੀਗੇ, ਸਾਰੇ ਰਿਸ਼ਤੇਦਾਰਾਂ ਨੂੰ ਵੀ ਵਿਆਹ ਰੱਖਿਆ ਗਿਆ ਆ ਜੀ। ਕਰਮ ਸਿੰਘ ਹੋਣੀ ਹੁਣ ਕੀ ਕਰਨ, ਜੇ ਨਹੀਂ ਦੱਸਦੇ ਸੀ ਤਾਂ ਉਹ ਕਹਿੰਦੇ ਸੀ ਅਸੀਂ ਬਰਾਤ ਨਹੀਂ ਲੈ ਕੇ ਜਾਣੀ ਜੀ, ਜੇ ਦੱਸਦੇ ਸੀ ਤਾਂ ਹੋ ਸਕਦਾ ਕੁੜੀ ਵਾਲੇ ਜਵਾਬ ਦੇ ਦਿੰਦੇ। ਕੁੜੀ ਵਾਲੇ ਵੀ ਕਾਫੀ ਇੱਜ਼ਤ ਵਾਲੇ ਬੰਦੇ ਸੀਗੇ, ਕਾਫੀ ਵਧੀਆ ਸਰਮਾਏਦਾਰ ਸੀਗੇ, ਤੇ ਕਾਫੀ ਮਤਲਬ ਉੱਚੇ ਖਾਨਦਾਨ ਨੂੰ ਸੰਬੰਧ ਰੱਖਦੇ ਸੀ। ਤੇ ਇੱਥੇ ਹੁਣ ਸਾਡੇ ਸਰੋਤੇ ਕਹਿਣਗੇ ਵੀ ਉੱਚਾ ਖਾਨਦਾਨ ਕਿਹੜਾ ਜੀ? ਉੱਚਾ ਖਾਨਦਾਨ ਉਹ ਜਿੱਥੇ ਜਿਹਨਾਂ ਨੂੰ ਇੱਜ਼ਤ ਦੇ ਨਾਲ ਆਪਣੀ ਦੇ ਨਾਲ ਬਹੁਤ ਪਿਆਰ ਹੁੰਦਾ, ਉਹਨਾਂ ਨੂੰ ਅਸੀਂ ਉੱਚਾ ਖਾਨਦਾਨ ਕਹਿ ਦਿੰਦੇ, ਪਰ ਆਮ ਤੌਰ ਤੇ ਪੈਸੇ ਵਾਲੇ ਨੂੰ ਉੱਚਾ ਖਾਨਦਾਨ ਕਹਿੰਦੇ, ਪੈਸੇ ਵਾਲਾ ਉੱਚਾ ਖਾਨਦਾਨ ਨਹੀਂ ਹੁੰਦਾ ਨਹੀਂ ਜੀ। ਉਹਨਾਂ ਨੂੰ ਆਪਣੀ ਇੱਜ਼ਤ ਨਾਲ ਬਹੁਤ ਪਿਆਰ ਸੀ। ਤੇ ਜਦੋਂ ਕਰਮ ਸਿੰਘ ਹੁਣੀ ਗਏ ਵੀ ਆਹ ਲਿਸਟ ਦਿੱਤੀ ਆ ਕੁੜੀ ਦੇ ਸਹੁਰਿਆਂ ਨੇ, ਤੇ ਉਹ ਦੇਖਣ ਵੀ ਹੁਣ ਕੀ ਕਰੀਏ, ਤੇ ਕਰਮ ਸਿੰਘ ਦੀ ਤਾਂ ਕਾਫੀ ਝਾੜ ਹੋਈ, ਕਾਫੀ ਉਹਨਾਂ ਨੂੰ ਤੱਤੀਆਂ ਠੰਡੀਆਂ ਸੁਣਨੀਆਂ ਪਈਆਂ ਕੁੜੀ ਦੇ ਪਰਿਵਾਰ ਵੱਲੋਂ, ਪਰ ਉਹ ਕਹਿੰਦੇ ਵੀ ਹੁਣ ਕੀ ਕਰੀਏ ਜੀ, ਵੀ ਜਵਾਬ ਦਿੰਦੇ ਆ ਤਾਂ ਬੇਇੱਜ਼ਤੀ ਬਹੁਤ ਹੁੰਦੀ ਆ, ਤੇ ਜੇ ਦਾਜ ਦਿੰਦੇ ਆ ਤੇ ਫਿਰ ਸਾਡੀ ਕੁੜੀ ਕੋਲੋਂ ਕੱਲ ਵੀ ਮੰਗ ਕਰਨਗੇ ਕੋਈ ਹੋਰ ਨਵੀਂ। ਬਿਲਕੁਲ। ਤੇ ਉਹਨਾਂ ਨੇ ਕੀ ਕੀਤਾ ਕਿ ਕੁੜੀ ਦੇ ਨਾਲ ਵੀ ਸਲਾਹ ਕੀਤੀ ਵੀ ਧੀਏ ਰਾਣੀਏ ਦੱਸ ਦੇ ਕਿੱਦਾਂ ਕਰਨੀ ਆ, ਤੇ ਕੁੜੀ ਨੇ ਇੱਕੋ ਗੱਲ ਹੀ ਕਹੀ ਆਪਣੇ ਬਾਪੂ ਨੂੰ ਵੀ ਬਾਪੂ ਜਿਹੜੇ ਅੱਜ ਜਿਨ੍ਹਾਂ ਦਾ ਮੂੰਹ ਇੰਨਾ ਖੁੱਲਾ ਆ ਕੱਲ ਨੂੰ ਕੀ ਕਰਨਗੇ, ਹਜੇ 10 ਦਿਨ ਪਏ ਆ, ਹਜੇ 10 ਦਿਨ ਪਏ, ਕੁਝ ਨਹੀਂ ਵਿਗੜਿਆ ਹੈਗਾ, ਜਵਾਬ ਦੇ ਦਿਓ। ਪਰ ਉਹ ਕੁੜੀ ਦਾ ਬਾਪ ਜਵਾਬ ਦੇਣ ਨੂੰ ਤਿਆਰ ਨਹੀਂ ਸੀ ਜੀ। ਤੇ ਉਹਨਾਂ ਨੇ ਫਿਰ ਉਹਨਾਂ ਸਮਿਆਂ 'ਚ ਮਤਲਬ ਪੈਸਾ ਘੱਟ ਹੁੰਦਾ ਸੀਗਾ, ਤੇ ਕਣਕ ਪੱਕਣ ਵਾਲੀ ਸੀ ਉਦੋਂ, ਉਹਨਾਂ ਨੇ ਜਲਦੀ ਫਿਰ ਆਪਣੀ ਕਣਕ ਵੱਢੀ 2 ਕਿੱਲੇ ਜੀ, 2 ਕਿੱਲੇ ਕਣਕ ਵੱਢ ਕੇ ਉਹਨੂੰ ਛੇਤੀ ਵੇਚਿਆ ਜੀ, ਜਿੱਦਾਂ ਦੀ ਮਹਿੰਗੀ ਸਸਤੀ ਵਿਕੀ, ਤੇ ਵੇਚ ਕੇ ਤੇ ਫਿਰ ਉਹਨਾਂ ਨੇ ਜਿਹੜਾ ਵਾ ਪੈਸੇ ਇਕੱਠੇ ਕਰਕੇ ਉਹ ਸੋਨਾ ਤਿਆਰ ਕੀਤਾ ਜੀ। ਤੇ ਉਹ ਕਹਿੰਦੇ ਵੀ ਇਹਨਾਂ ਨੇ ਸਾਡੇ ਕੋਲੋਂ ਸਾਈਕਲ ਮੰਗਿਆ ਸੀ, ਇਹਨਾਂ ਨੂੰ ਮੋਟਰਸਾਈਕਲ ਦਵਾਂਗੇ। ਤੇ ਕੁੜੀ ਨੇ ਇੱਕ ਡਿਮਾਂਡ ਰੱਖਤੀ, ਕਹਿੰਦੇ ਵੀ ਮੋਟਰਸਾਈਕਲ ਤਾਂ ਦੇਣਾ ਵਾ ਜੇਕਰ ਤੁਸੀਂ ਉਹ ਮੈਨੂੰ ਚਲਾਉਣਾ ਸਿਖਾਓਗੇ। ਤੇ ਕੁੜੀ ਦਾ ਬਾਪ ਬੜਾ ਹੈਰਾਨ ਹੋਇਆ, ਕਿਉਂਕਿ 50 ਸਾਲ ਪਹਿਲਾਂ ਕੁੜੀਆਂ ਮੋਟਰਸਾਈਕਲ ਨਹੀਂ ਚਲਾਉਂਦੀਆਂ ਹੁੰਦੀਆਂ ਸੀ, ਪਰ ਕੁੜੀ ਨੇ ਕਿਹਾ, ਮੰਨਣੀ ਪਈ ਉਹਦੀ, ਉਹਨਾਂ ਨੇ ਮੋਟਰਸਾਈਕਲ ਦੇਤਾ ਤੇ ਕੁੜੀ ਨੂੰ ਸਿਖਾਤਾ ਉਹ ਮੋਟਰਸਾਈਕਲ ਜੀ। ਜਦੋਂ ਡੋਲੀ ਤੁਰਨ ਲੱਗੀ ਤੇ ਕੁੜੀ ਕਹਿੰਦੀ ਵੀ ਮੈਂ ਤਾਂ ਕਿਰਾਏ ਵਾਲੀ ਕਾਰ 'ਚ ਜਾਣਾ ਹੀ ਨਹੀਂ ਆ, ਕਿਉਂਕਿ ਕਾਰ ਜਿਹੜੀ ਉਹ ਕਿਰਾਏ ਤੇ ਕਰਕੇ ਲੈ ਕੇ ਆਈ ਸੀ ਜੀ। ਉਹ ਕਹਿੰਦੀ ਵੀ ਇਦਾਂ ਕਰੋ ਵੀ ਆਪਣੀ ਕਾਰ ਲੈ ਕੇ ਆਓ, ਤੇ ਜਾਂ ਇਹ ਜਿਹੜਾ ਮੋਟਰਸਾਈਕਲ ਮੇਰੇ ਪੇਕਿਆਂ ਨੇ ਦਿੱਤਾ ਵਾ ਇਹਦੇ ਉੱਤੇ ਚੱਲੋ। ਤੇ ਉਹ ਮੰਨ ਗਏ ਮੁੰਡੇ ਵਾਲੇ ਜੀ, ਕਾਰ ਖਰੀਦਣੀ ਪੈਣੀ ਆ ਹੁਣੇ, ਵੀ ਆਪਾਂ ਕਿਉਂ ਨਾ ਮੋਟਰਸਾਈਕਲ ਤੇ ਚੱਲ ਚੱਲੀਏ ਜੀ। ਤੇ ਜਦੋਂ ਮੋਟਰਸਾਈਕਲ ਦੇ ਉੱਤੇ ਗਏ, ਕੁੜੀ ਪਿੰਡ ਪਹੁੰਚੀ, ਆਪਣੇ ਸਹੁਰਿਆਂ ਦੇ ਮੁੰਡੇ ਦੇ ਘਰ ਪਹੁੰਚੀ, ਤੇ ਘਰ ਦੇ ਮੂਹਰੇ ਆਣ ਕੇ ਉਹ ਖੜੀ ਹੋ ਗਈ ਜੀ। ਤੇ ਉੱਥੋਂ ਹੀ ਉਹਨੇ ਮੁੰਡੇ ਨੂੰ ਮੋਟਰਸਾਈਕਲ ਤੋਂ ਲਾਇਆ, ਕਹਿੰਦੀ ਕਿ ਜੇ ਔਕਾਤ ਨਹੀਂ ਹੈਗੀ ਲੈਣ ਦੀ ਤਾਂ ਚਲਾ ਕਿਉਂ ਰਿਹਾ ਆ। ਤੇ ਉਸੇ ਮੋਟਰਸਾਈਕਲ ਤੇ ਉਹ ਵਾਪਸ ਆਪਣੇ ਘਰ ਆ ਗਈ, ਤੇ ਕਹਿੰਦੀ ਕਿ ਜਿੱਦਣ ਕਾਰ ਖਰੀਦੇਗਾ ਉਦਣ ਮੈਨੂੰ ਲੈ ਕੇ ਜਾਈਂ ਜੀ, ਤੇ ਨਾਲ ਦੀ ਨਾਲ ਇੱਕ ਪੈਟਰੋਲ ਪੰਪ ਵੀ ਜ਼ਰੂਰ ਪਾ ਲਈ ਕਿਉਂਕਿ ਇਹਦੇ ਵਿੱਚ ਤੇਲ ਵੀ ਪੈਣਾ ਆ। ਤੇ ਉਹ ਕੁੜੀ ਉੱਥੋਂ ਹੀ ਵਾਪਸ ਆ ਗਈ। ਤੇ ਇੱਥੋਂ ਹੁਣ ਸਾਨੂੰ ਸਿਰਫ ਇੱਕੋ ਹੀ ਗੱਲ ਸਮਝ ਚ ਆਉਂਦੀ ਹੈਗੀ ਆ ਕਿ ਉਸ ਕੁੜੀ ਨੇ
ਇਸ ਗੱਲ ਦਾ ਬਦਲਾ ਲਿਆ ਕਿ ਭਾਈ ਵੀ ਤੁਸੀਂ ਸਾਡੀ ਬੇਇੱਜ਼ਤੀ ਕੀਤੀ 10 ਦਿਨ ਪਹਿਲਾਂ। ਬੇਇੱਜ਼ਤੀ ਕੀ ਹੁੰਦੀ ਹੈ ਇਹਨੂੰ ਕਹਿੰਦੇ ਆ। ਜੀ ਜੀ ਕੁਲਜਿੰਦਰ ਜੀ, ਇਹਦੇ ਨਾਲ ਹੀ ਇੱਕ ਨਾ ਜੁੜਤੀ ਮਿਲਦੀ ਹੈ, ਇੱਕ ਕਿਸੇ ਦੀ ਹੱਡ ਬੀਤੀ ਜੀ ਹਨਾ, ਕਿਉਂਕਿ ਹੱਡ ਬੀਤੀ ਜਿਹੜੀ ਆ ਉਹ ਬਾਅਦ ਵਿੱਚ ਜੱਗ ਬੀਤੀ ਵੀ ਬਣ ਜਾਂਦੀ ਹੈ। ਉਹ ਹੱਡ ਬੀਤੀ ਜਿਹੜੀ ਹੁੰਦੀ ਹੈ ਬਾਅਦ ਵਿੱਚ ਕਹਾਣੀ ਵੀ ਬਣ ਜਾਂਦੀ ਹੈ। ਬਿਲਕੁਲ ਜੀ ਬਿਲਕੁਲ। ਕਹਿੰਦੀ ਕਿ ਇੱਕ ਪਰਿਵਾਰ ਦੇ ਵਿੱਚ, ਜਿੱਦਾਂ ਕਿ ਸੰਯੁਕਤ ਪਰਿਵਾਰ ਸੀ ਜੀ ਉਸ ਪਰਿਵਾਰ ਦੇ ਵਿੱਚ 7-8 ਭਰਾ ਜੀ 2 ਬਾਬੇ ਜੀ ਤੇ ਉਹਨਾਂ ਦੇ ਗਾਂ ਜਵਾਕ ਜਿਹੜੇ ਸੀਗੇ ਹਨਾ। ਜੀ ਤੇ ਉਹਨਾਂ ਜਵਾਕਾਂ ਦੇ ਵਿੱਚ ਇੱਕ ਚੀਜ਼ ਸੀਗੀ ਕਿ ਉਹਨਾਂ ਦਾ ਆਪਸੀ ਪਿਆਰ ਬਹੁਤ ਸੀਗਾ ਸਭ ਦਾ ਜੀ, ਹਨਾ। ਤੇ ਜੀ। ਉਸ ਪਿਆਰ ਦੇ ਵਿੱਚ ਬੜਾ ਕੁਝ ਇੱਕ ਦੂਸਰੇ ਦੇ ਨਾਲ ਮੇਲ ਵਰਤਾਰਾ ਵੀ ਉਹਨਾਂ ਦਾ ਬਹੁਤ ਸੀਗਾ। ਜੀ ਸੋ ਕਹਿੰਦੇ ਨੇ ਕਿ ਜਿਵੇਂ ਤੁਸੀਂ ਵਿਆਹ ਦੀ ਗੱਲ, ਮੈਨੂੰ ਉਹ ਚੇਤੇ ਆ ਗਈ ਕਿਉਂਕਿ ਨਾਲ ਦੀ ਨਾਲ ਗੱਲਾਂ ਚੇਤੇ ਆ ਜਾਂਦੀਆਂ ਨੇ। ਕਹਿੰਦੇ ਨੇ ਕਿ ਉਸ ਸਹੁਰੇ ਪਰਿਵਾਰ ਨੇ ਨਾ, ਜਿੱਦਾਂ ਤੁਸੀਂ ਲਿਸਟ ਦੀ ਗੱਲ ਕੀਤੀ, ਜੀ ਸਾਰੇ ਸਾਜੋ ਸਮਾਨ ਦੀ ਗੱਲ ਕੀਤੀ, ਤੇ ਉਸੇ ਤਰ੍ਹਾਂ ਉਹਨਾਂ ਨੇ ਵੀ ਲਿਸਟ ਭੇਜੀ ਕਿ ਵੀ ਸਾਨੂੰ, ਅਸੀਂ ਕਿਹੜਾ ਵਰਤਣਾ, ਵੀ ਕੁੜੀ ਨੇ ਵਰਤਣਾ ਹਨਾ। ਜੀ ਜੀ ਉਸ ਲਿਸਟ ਦੇ ਵਿੱਚ ਰਸੋਈ ਦਾ ਟੋਟਲੀ ਸਮਾਨ ਸੀਗਾ ਤੇ ਜੋ ਸਾਰੇ ਘਰ ਦਾ ਸਾਰਾ ਸਮਾਨ ਸੀਗਾ ਹਨਾ। ਜੀ ਉਸ ਲਿਸਟ ਵਿੱਚ ਸਾਰਾ ਕੁਝ ਤਾਂ ਹੈਗਾ ਸੀਗਾ। ਤੇ ਜਦੋਂ ਕਹਿੰਦੇ ਕਿ ਉਸ ਘਰ ਦੇ ਵਿੱਚ ਕੁੜੀ ਆਈ ਤਾਂ ਉਹਨਾਂ ਨੇ ਇੱਕੋ ਗੱਲ ਬੋਲੀ ਸੀ ਕਿ ਅਸੀਂ ਨਹੀਂ ਵਰਤਣਾ, ਤੁਹਾਡੀ ਕੁੜੀ ਨਹੀਂ ਵਰਤਣਾ ਹੈ। ਜੀ ਤਾਂ ਕਹਿੰਦੇ ਨੇ ਕਿ ਸ਼ਾਮ ਨੂੰ ਜਦੋਂ ਉਹ ਸਾਰਾ ਬੈੱਡ ਬੁੱਡ ਸਾਰਾ ਕੁਝ ਲੱਗਾ ਹੋਇਆ ਤੇ ਉਹ ਸੱਸ ਬਹਿਣ ਲੱਗੀ ਜੀ ਤਾਂ ਕੁੜੀ ਕਹਿੰਦੀ ਕਿ ਰੁਕੋ, ਜੀ ਮੈਂ ਚੀਜ਼ ਵਰਤਣੀ ਆ, ਜੀ ਮੇਰੀ ਆਗਿਆ ਤੋਂ ਬਿਨਾਂ ਤੁਸੀਂ ਇਸ ਕੁਰਸੀ ਤੇ ਨਹੀਂ ਬੈਠ ਸਕਦੇ। ਕਹਿੰਦੇ ਕਿ ਵੀ ਮਤਲਬ ਪੁੱਤ ਇਹ ਘਰ ਦਾ ਸਮਾਨ ਆ, ਸਾਰੇ ਵਰਤ ਸਕਦੇ ਤੁਸੀਂ। ਕਹਿੰਦੇ ਜਦੋਂ ਫਰਮਾਇਸ਼ ਕੀਤੀ ਸੀ ਸਮਾਨ ਦੀ, ਉਹਦੇ ਵਿੱਚ ਇਹ ਕਿਹਾ ਸੀ ਕਿ ਇਹ ਸਾਰਾ ਸਮਾਨ ਤੁਹਾਡੀ ਕੁੜੀ ਨੇ ਵਰਤਣਾ ਤੇ ਕਹਿੰਦੀ ਮੈਂ ਵਰਤੂੰਗੀ। ਬਿਲਕੁਲ। ਤਾਂ ਉਹ ਕਹਿੰਦੀ ਚਲੋ ਠੀਕ ਆ। ਹੁਣ ਨਮੋਸ਼ੀ ਦੇ ਵਿੱਚ ਜਾਂ ਮਤਲਬ ਕਹਿ ਲਓ ਕਿ ਉਹਦੇ ਬੋਲੇ ਹੋਏ ਬੋਲ ਵਾਪਸ ਨਹੀਂ ਸੀ ਆ ਸਕਦੇ। ਬਿਲਕੁਲ। ਤਾਂ ਉਹ ਰਸੋਈ 'ਚ ਜਾਂਦੀ ਹੈ ਤੇ ਕੁਝ ਗਲਾਸ ਚੱਕਦੀ ਹੈ ਤੇ ਪਾਣੀ ਪਾ ਕੇ ਲਿਆਂਦੀ ਹੈ ਤੇ ਉਹ ਸਾਰਿਆਂ ਨੂੰ ਦੇਣ ਲੱਗਦੀ। ਕਹਿੰਦੀ ਰੁਕੋ ਜੀ, ਇਹ ਮੇਰੇ ਘਰੋਂ ਆਏ ਗਲਾਸ ਆ, ਤੁਹਾਡੇ ਆਪਣੇ ਨਹੀਂ ਬਣਾਏ। ਮੇਰੀ ਆਗਿਆ ਤੋਂ ਬਿਨਾ ਇਸ ਗਲਾਸ ਵਿੱਚ ਕੋਈ ਪਾਣੀ ਨਹੀਂ ਪੀ ਸਕਦਾ ਹੈਨਾ। ਤਾਂ ਏਦਾਂ ਹੀ ਕਰਦੇ ਕਰਦੇ ਜਦੋਂ ਹੁਣ ਰਾਤ ਹੋਈ ਆ, ਸਭ ਨੇ ਸੌਣਾ ਹੀ ਸੀ ਜੀ, ਤਾਂ ਉਹਨਾਂ ਦਾ ਜਿਹੜਾ ਮੁੰਡਾ ਆ, ਉਹ ਜਿਹੜਾ ਨਵਾਂ ਬੈੱਡ ਆਇਆ ਸੀ ਉਹਦੇ ਤੇ ਸੌਣ ਲੱਗਦਾ ਆ। ਜੀ ਤੇ ਕੁੜੀ ਕਹਿੰਦੀ ਕਿ ਨਹੀਂ, ਧਰਤੀ ਤੇ ਸੌਵੋ, ਤੁਹਾਡਾ ਘਰ ਵਾ, ਸਮਾਨ ਮੇਰਾ ਆ, ਬਿਲਕੁਲ ਮੇਰਾ ਸਮਾਨ ਆ, ਮੈਂ ਹੀ ਵਰਤਣਾ, ਮੈਂ ਬੈੱਡ ਤੇ ਸੌਂਗੀ, ਤੁਸੀਂ ਥੱਲੇ ਸੌ। ਕਹਿੰਦੇ ਕਿ ਪੁੱਤ ਇਹ ਜਿਹੜਾ ਸਮਾਨ ਆ ਘਰ ਦੇ ਵਿੱਚ, ਉਹ ਤੇਰਾ ਵੀ ਤੇ ਮੁੰਡੇ ਦਾ ਵੀ। ਕਹਿੰਦੇ ਨਹੀਂ, ਤੁਸੀਂ ਸ਼ਬਦ ਬੋਲਿਆ ਸੀ ਤੁਹਾਡੀ ਕੁੜੀ ਨੇ ਹੀ ਵਰਤਣਾ ਆ। ਜੀ ਤਾਂ ਮੇਰਾ ਬੈੱਡ ਆ, ਮੈਂ ਨਹੀਂ ਸੌਣ ਦੇ ਸਕਦੀ ਕਿਸੇ ਨੂੰ ਹਨਾ। ਤਾਂ ਉਹ ਕਹਿੰਦੇ ਚਲੋ ਵੀ ਔਖਾ ਕੌੜਾ ਘੁੱਟ ਪੀ ਕੇ ਸੌਂ ਗਏ। ਅਗਲੇ ਦਿਨ ਮੁੰਡਾ ਕੰਮ ਕਰਦੀ ਸੀ ਤੇ ਕਾਰ ਕੱਢ ਕੇ ਚੱਲਿਆ ਸੀ ਤੇ ਕਾਰ ਵੀ ਉਧਰੋਂ ਪਰਿਵਾਰ ਚੋਂ ਆਈ ਸੀ। ਅੱਛਾ ਜੀ। ਤਾਂ ਉਹ ਕਹਿੰਦੇ ਕੁੜੀ ਕਹਿੰਦੀ ਕਿ ਕਹਿੰਦਾ ਕਿ ਚਾਬੀ ਦਿਓ, ਮੈਂ ਗੱਡੀ ਤੇ ਜਾਣਾ ਨਾ। ਜੀ। ਤੇ ਉਹ ਕਹਿੰਦੀ ਕਿਉਂ, ਗੱਡੀ ਮੇਰੀ ਆ, ਸਹੀ ਹੈ, ਮੈਂ ਚਲਾਉਂਗੀ। ਜੀ। ਤਾਂ ਫਿਰ ਹਨਾ, ਤੇ ਵੈਸੇ ਜੇ ਤੁਹਾਡੀ ਆਪਣੀ ਕੋਈ ਗੱਡੀ ਹੈਗੀ ਜਾਓ ਜਾਂ ਨਾ ਜਾਓ ਹਨਾ, ਤਾਂ ਜਾਏ ਕਿਰਾਏ ਤੇ ਕਰਕੇ ਲੈ ਜਾਓ, ਪਰ ਗੱਡੀ ਮੇਰੀ ਆ, ਮੈਂ ਇਸ ਗੱਡੀ ਦੀ ਮਾਲਕਣ ਆ, ਮੈਂ ਚਾਹੂੰਗੀ ਚਲਾਉਣੀ ਆ ਤੇ ਨਹੀਂ ਚਲਾਉਣੀ ਹੈਨਾ। ਜੀ। ਕਿਉਂਕਿ ਤੁਸੀਂ ਇਹ ਮੈਂਸ਼ਨ ਨਹੀਂ ਕੀਤਾ ਹੈ ਕਿ ਗੱਡੀ ਤੁਹਾਡੀ ਹੈ ਕਿ ਤੁਸੀਂ ਚਲਾਓ। ਤੁਸੀਂ ਲਿਸਟ ਦੇ ਵਿੱਚ ਜੋ ਕੁਝ ਕਿਹਾ ਤੁਹਾਨੂੰ ਉਹ ਮਿਲ ਗਿਆ, ਪਰ ਵਰਤਣ ਦਾ ਹੱਕ ਨਹੀਂ ਜਿੰਨਾ ਚਿਰ ਮੈਂ ਉਸ ਚੀਜ਼ ਨੂੰ ਨਹੀਂ ਵਰਤਦੀ ਹੈਨਾ। ਤਾਂ ਕਹਿੰਦੇ ਨੇ ਕਿ ਉਹ ਜਦੋਂ ਹਰ ਚੀਜ਼ ਦੇ ਵਿੱਚ ਨਿਕਤਾ ਚੁੰਨੀ ਹੁੰਦੀ ਰਹੀ ਤੇ ਉਹ ਬੜੀ ਉਹਨਾਂ ਨੂੰ ਨਾ ਅਜੀਬ ਜਿਹਾ ਫੀਲ ਹੋਣਾ ਸ਼ੁਰੂ ਹੋ ਗਿਆ। ਜੀ। ਕਹਿੰਦੇ ਕਿ 5 ਦਿਨ ਇਸੇ ਤਰ੍ਹਾਂ ਚਲੇ ਗਏ, ਕੁੜੀ ਨੇ ਆਪਣਾ ਸਮਾਨ ਇੱਕ ਵੀ ਵਰਤਣ ਨਹੀਂ ਦਿੱਤਾ ਹਨਾ। ਤਾਂ ਫਿਰ ਕੀ ਹੁੰਦਾ ਹੈ, ਕਹਿੰਦੇ ਕਿ ਜਦੋਂ ਕੁੜੀ ਦਾ ਪਰਿਵਾਰ ਉਹਨੂੰ ਲੈਣ ਆਉਂਦਾ ਆ ਹਨਾ, ਤਾਂ ਕਿਉਂਕਿ ਪੱਗ ਫੇਰੀ ਦੀ ਰਸਮ ਆ ਹਨਾ, ਵੀ ਕੁੜੀ ਪੇਕੇ ਜਾਂਦੀ ਆ, ਤਾਂ ਪਰਿਵਾਰ ਆਉਂਦਾ ਆ ਤਾਂ ਉਹ ਸਾਰੇ ਕੁਰਸੀਆਂ ਤੇ ਬੈਠਦੇ ਨੇ ਸਾਰੇ ਹਨਾ। ਤੇ ਸਾਜੋ ਸਮਾਨ ਕੁੜੀ ਲੈ ਕੇ ਆਉਂਦੀ ਹੈ ਅੰਦਰੋਂ ਹਨਾ, ਖਾਣ ਪੀਣ ਦਾ ਖਾਂਦੀ ਪੀਂਦੀ ਆ। ਤੇ ਜਦੋਂ ਤੁਰਨ ਲੱਗਦੀ ਹੈ ਤੇ ਜਿਹੜੀਆਂ ਕੁਰਸੀਆਂ ਬਾਹਰ ਰੱਖੀਆਂ ਹੁੰਦੀਆਂ ਉਹਨਾਂ ਨੂੰ ਸਾਰਿਆਂ ਨੂੰ ਇੱਕ ਕਮਰੇ ਦੇ ਵਿੱਚ ਕਰਕੇ ਜਿੰਦਾ ਲਾ ਦਿੰਦੀ ਤੇ ਰਸੋਈ ਨੂੰ ਵੀ ਜਿੰਦਾ ਲਾ ਦਿੰਦੀ ਆ। ਤਾਂ ਉਹ ਪਰਿਵਾਰ ਬੜਾ ਹੈਰਾਨ ਆ, ਬੜਾ ਦੇਖਣ ਨੂੰ ਵੀ ਹੁਣ ਕੀ ਕੀਤਾ ਜਾਵੇ ਹਨਾ। ਕਹਿੰਦੇ ਨੇ ਕਿ ਜਦੋਂ ਤੁਸੀਂ ਕਿਸੇ ਨੂੰ ਲੋੜ ਤੋਂ ਵੱਧ ਤੰਗ ਕਰਦੇ ਹੋ ਨਾ, ਮੂੰਹ ਅੱਡ ਕੇ ਚੀਜ਼ ਮੰਗਦੇ ਹੋ, ਆਪਣੀ ਮਰਜ਼ੀ ਨਾਲ ਧੀ ਨੂੰ ਜੋ ਮਰਜ਼ੀ ਦੇਣ, ਕੋਈ ਸ਼ੱਕ ਨਹੀਂ ਹੈਨਾ। ਪਰ ਜਦੋਂ ਤੁਸੀਂ
ਮੰਗਦੇ ਹੋ, ਜਦੋਂ ਤੁਹਾਡਾ ਮੁੰਡਾ ਤੁਸੀਂ ਪਾਲ ਸਕਦੇ ਹੋ, ਜੀ ਮੁੰਡੇ ਨੂੰ ਵਿਆਹਣ ਦੇ ਲਈ ਤੁਸੀਂ ਸੌਦਾ ਕਰਦੇ ਹੋ, ਤੇ ਉਹ ਸੌਦੇ ਦਾ ਨਤੀਜਾ ਕਦੇ ਇਸ ਤਰ੍ਹਾਂ ਵੀ ਨਿਕਲ ਸਕਦਾ। ਇਸ ਲਈ ਹੀ ਪੈਣਾ ਸੀ। ਇਸ ਲਈ ਕਦੇ ਵੀ ਕਿਸੇ ਧੀ ਦੇ ਪਿਓ ਨੂੰ ਮਜਬੂਰ ਨਾ ਕਰੋ ਕਿ ਉਹ ਲੋੜ ਤੋਂ ਵੱਧ ਹਨਾ ਕਰਜ਼ਾ ਚੱਕ ਕੇ ਤੇ ਸਾਰਾ ਸਮਾਨ ਦੇਵੇ। ਤਾਂ ਜਿੱਥੇ ਚੀਜ਼ਾਂ ਇਹ ਨਿਕਲ ਕੇ ਆਉਂਦੀਆਂ ਉੱਥੇ ਕੁਲਜਿੰਦਰ ਦੀ ਇੱਕ ਚੀਜ਼ ਹੋਰ ਵੀ ਹੈ, ਕਿਉਂਕਿ ਅੱਜ ਪਹਿਲਾਂ ਹੁਣ ਮਾਪੇ ਪਹਿਲਾਂ ਸੀਗੇ ਵੀ ਦਾਜ ਪੱਖੋਂ ਇੱਜ਼ਤ ਪੱਖੋਂ ਨਾ ਕੁੜੀਆਂ ਨੂੰ ਜੰਮਣ ਤੋਂ ਡਰਦੇ ਸੀ। ਬਿਲਕੁਲ ਜੀ ਬਿਲਕੁਲ। ਤਾਂ ਉਸ ਤੋਂ ਬਾਅਦ ਵਿੱਚ ਲਾਲਚੀ ਲੋਭੀਆਂ ਨੇ ਕੁਝ ਹੋਰ ਤਰ੍ਹਾਂ ਦੇ ਹਨਾ ਵਿਉਂਤਬੰਦੀਆਂ ਬਣਾਈਆਂ ਆ। ਉਸ ਵਿਉਂਤਬੰਦੀ ਦੇ ਵਿੱਚ ਬੜਾ ਸਹਿਣਾ ਪੈ ਰਿਹਾ ਮਾਪਿਆਂ ਨੂੰ, ਕਿਉਂਕਿ ਉਸ ਚੀਜ਼ ਦੇ ਵਿੱਚ ਉਹਨਾਂ ਨੇ ਬੜੇ ਤਰੀਕੇ ਨਵੇਕਲੇ ਲੱਭ ਲਏ। ਬਿਲਕੁਲ। ਤਾਂ ਹੁਣ ਉਹ ਜਿਹੜੀ ਰੀਤ ਆ ਦਾਜ ਵਾਲੀ, ਉਹ ਹੌਲੀ ਹੌਲੀ ਕਿਤੇ ਨਾ ਕਿਤੇ ਹੈਗੀ ਆ ਕਿ ਉਹ ਖੂਨ ਦੇ ਵਿੱਚ ਘਰ ਕਰ ਚੁੱਕੀ ਆ। ਪਰ ਕਹਿੰਦੇ ਨੇ ਕਿ ਜਦੋਂ ਤੁਸੀਂ ਸੰਸਾਰ ਦੇ ਵਿੱਚ ਵਿਚਰਨਾ ਸ਼ੁਰੂ ਕਰਦੇ ਹੋ ਤਾਂ ਉਸ ਸੰਸਾਰ ਦੇ ਵਿੱਚ ਕੁਝ ਨਵਾਂ ਵੀ ਤੁਹਾਨੂੰ ਮਿਲਦਾ ਆ ਜੀ। ਤਾਂ ਇਸ ਲਈ ਕਦੇ ਵੀ ਕਿਸੇ ਧੀ ਦੇ ਮਾਪੇ ਨੂੰ ਮਜਬੂਰ ਨਾ ਕਰੋ ਕਿ ਤੁਹਾਨੂੰ ਇਹੀ ਚੀਜ਼ਾਂ ਦੇਣ, ਤੇ ਜਾਂ ਕਦੇ ਇਹ ਨਾ ਕਹੋ ਕਿ ਹਾਂ ਵੀ ਅਸੀਂ ਆਹ ਕਰਨਾ, ਕਿਉਂਕਿ ਤੁਸੀਂ ਗਰੀਬ ਹੋ ਜਿਨ੍ਹਾਂ ਨੇ ਆਪਣੀ ਧੀ ਪਾਲ ਕੇ ਹਨਾ ਤੁਹਾਨੂੰ ਦਿੱਤੀ ਆ। ਤਾਂ ਇੱਕ ਚੀਜ਼ ਦੇਖੋ ਕਿ ਉਹਨਾਂ ਨੇ ਪਾਲ ਪਲੋਸ ਕੇ ਨਾਲੇ ਦਾਜ ਦਿੱਤਾ, ਧੀ ਦਿੱਤੀ ਤੁਹਾਨੂੰ, ਨਾਲੇ ਤੁਹਾਨੂੰ ਪੂਰੇ ਨੂੰ ਪਰਿਵਾਰ ਨੂੰ ਸਾਂਭਣ ਲਈ ਆਪਣਾ ਪਰਿਵਾਰ ਛੱਡ ਕੇ ਆ ਰਹੀ। ਤੁਸੀਂ 10 ਦਿਨ ਉਸੇ ਧੀ ਨੂੰ ਉਸਦੇ ਪਰਿਵਾਰ 'ਚ ਨਹੀਂ ਰਹਿਣ ਦਿੰਦੇ। ਬਿਲਕੁਲ ਜੀ। ਤੇ ਤੁਸੀਂ ਉਹਦੇ ਤੋਂ ਜਦੋਂ ਮਤਲਬ ਇੱਕ ਚੀਜ਼ ਹੋਰ ਅੱਜ ਮੈਂ ਸੁਣਿਆ, ਕਹਿੰਦੇ ਕਿ ਜਦੋਂ ਨੌਂ ਆਪਣੇ ਪੇਕੇ ਜਾਂਦੀ ਹੈ ਨਾ ਮਗਰੋਂ ਸੱਸ ਬਿਮਾਰ ਕਿਉਂ ਹੁੰਦੀ ਆ, ਬੜਾ ਵੱਡਾ ਲੌਜਿਕ ਆ। ਬਿਲਕੁਲ ਜੀ। ਤੇ ਇਹਦਾ ਮਤਲਬ ਤੁਸੀਂ ਜਵਾਬ ਦੇ ਸਕਦੇ ਹੋ ਹਨਾ। ਪਤਾ ਅਸਲ 'ਚ ਕੀ ਹੁੰਦਾ ਕਿ ਜਦੋਂ ਨੌਂ ਸਹੁਰੀ ਘਰ ਆ ਜਾਂਦੀ ਹੈ ਤੇ ਸੱਸ ਕੰਮਕਾਰ ਕਰਨਾ ਛੱਡ ਦਿੰਦੀ, ਮੰਜੇ ਤੇ ਬੈਠ ਜਾਂਦੀ ਆ ਵੀ ਹੁਣ ਠੀਕ ਆ ਨਾ, ਨੌਂ ਆ ਗਈ ਉਹੀ ਕੰਮ ਕਰੂਗੀ ਤੇ ਉਹੀ ਰੋਟੀ ਬਣਾਊਗੀ, ਉਹੀ ਦਾਲ ਸਬਜ਼ੀ ਬਣਾਊਗੀ, ਉਹੀ ਕੱਪੜੇ ਧੋਊਗੀ ਤੇ ਉਹੀ ਘਰ ਦੀ ਸਾਫ਼ ਸਫਾਈ ਕਰੂਗੀ। ਤੇ ਜਦੋਂ ਨੌਂ ਕੰਮ ਕਰਨਾ ਸ਼ੁਰੂ ਕਰ ਦਿੰਦੀ ਆ ਤੇ ਸੱਸ ਮੰਜੇ ਤੇ ਬਹਿ ਜਾਂਦੀ, ਤਾਂ ਆਬਵੀਅਸਲੀ ਆ ਕੇ ਮੰਜੇ ਤੇ ਬੈਠੇ ਆ ਫਿਰ ਉਹਦੇ ਹੱਡ ਪੈਰ ਕੱਚੇ ਪੈ ਜਾਂਦੇ ਤੇ ਗੋਡੇ ਦੁਖਣੇ ਸ਼ੁਰੂ ਹੋ ਜਾਂਦੇ ਆ। ਨਹੀਂ ਇਹ ਵੱਡਾ ਕਾਰਨ ਨਹੀਂ, ਕਿਉਂਕਿ ਇਹ ਵੀ ਇੱਕ ਕਾਰਨ ਆ। ਹਾਂ। ਤੇ ਜਦੋਂ ਉਹ ਮਤਲਬ ਵੀ ਨੌਂ ਪੇਕਿਆਂ ਦੇ ਜਾਂਦੀ ਆ ਤੇ ਉੱਠ ਕੇ ਕੰਮ ਕਰਦੀ ਆ ਸੱਸ, ਤੇ ਉਹ ਹੁੰਦਾ ਨਹੀਂ ਆ, ਗੋਡੇ ਤਾਂ ਪਹਿਲਾਂ ਹੀ ਦੁਖਣ ਲੱਗ ਗਏ। ਕਿਉਂਕਿ ਜੇ ਉਹ ਮੰਜੇ ਤੇ ਨਾ ਬੈਠਦੀ, ਦੋਨੋਂ ਰਲ ਮਿਲ ਕੇ ਕੰਮ ਕਰਦੀਆਂ ਤਾਂ ਚਲੋ ਸਿਹਤ ਵੀ ਵਧੀਆ ਰਹਿਣੀ ਸੀਗੀ। ਇੱਕ ਤਾਂ ਸਿਹਤ ਖਰਾਬ ਹੋ ਗਈ ਜੀ, ਤੇ ਦੂਸਰਾ ਫਿਰ ਜਦੋਂ ਪੇਕੇ ਗਈ ਨੌਂ ਤੇ ਘਰੇ ਕੰਮ ਕਰਨਾ ਪਿਆ, ਫਿਰ ਗੋਡੇ ਤਾਂ ਦੁਖਣੇ ਆ, ਬਿਮਾਰ ਤਾਂ ਹੋਣਾ ਹੀ ਹੋਣਾ ਹੁੰਦਾ ਆ। ਨਹੀਂ ਇਹਦੇ ਵਿੱਚ ਇੱਕ ਹੋਰ ਵੱਡਾ ਲੌਜਿਕ ਆ। ਕਹਿੰਦੇ ਨੇ ਕਿ ਜਦੋਂ ਕੋਈ ਮੁੰਡੇ ਵਾਲੇ ਆਪਣਾ ਮੁੰਡਾ ਵਿਆਹ ਕੇ ਕੁੜੀ ਨੂੰ ਘਰ ਲੈ ਕੇ ਆਉਂਦੇ ਆ ਨਾ ਨੌਂ ਬਣਾ ਕੇ, ਬਿਲਕੁਲ ਉਹਨੂੰ ਨੌਂ ਦੀ ਬਜਾਏ ਉਹ ਨੌਕਰ ਬਣਾ ਕੇ ਜ਼ਿਆਦਾ ਲੈ ਕੇ ਤੇ ਨੌਕਰ ਜਦੋਂ ਫਿਰ ਘਰੋਂ ਬਾਹਰ ਜਾਂਦਾ ਆ, ਸੁਭਾਵਿਕ ਆ ਕਿ ਤੁਸੀਂ ਕੁਝ ਹੋਰ ਨਹੀਂ ਕਰ ਸਕਦੇ ਹਨਾ। ਕਿਤੇ ਨਾ ਕਿਤੇ ਇਹ ਵੀ ਵੱਡੀ ਬਹੁਤ ਧਾਰਨਾ ਬਣ ਗਈ ਹੈ ਕਿ ਅਸੀਂ, ਕਿਉਂਕਿ ਜਦੋਂ ਰਿਸ਼ਤਾ ਕਰਨ ਜਾਂਦੇ ਕਿੰਨਾ ਕੁਝ ਪੁੱਛਦੇ। ਬਿਲਕੁਲ ਬਿਲਕੁਲ। ਮਾਪੇ ਮੁੰਡੇ ਦਾ ਸਿਰਫ ਇਹ ਪੁੱਛਦੇ ਵੀ ਕਾਰੋਬਾਰ ਕੀ, ਬਸ ਇਹ ਨਹੀਂ ਪੁੱਛਦੇ ਵੀ ਕੀ ਖਾਂਦਾ ਕੀ ਨਹੀਂ ਖਾਂਦਾ ਹਨਾ। ਬਿਲਕੁਲ ਜੀ। ਉਹ ਤਾਂ ਬਾਅਦ ਚ ਹੀ ਪਤਾ ਲੱਗਦਾ ਕਿ ਮੁੰਡਾ ਦਾ ਕੰਮ ਕੋਈ ਕਰਦਾ ਵੀ ਹੈਗਾ ਕਿ ਵਿਹਲਾ ਹੀ ਰਹਿੰਦਾ ਸਾਰਾ ਦਿਨ। ਹਾਂ ਜੀ। ਤਾਂ ਉਹ ਫਿਰ ਬਾਅਦ ਵਿੱਚ ਜਦੋਂ ਫਿਰ ਉਹ ਕੰਮ ਸਾਰਾ ਉਹਦੇ ਸਿਰ ਤੇ ਪਾ ਦਿੰਦੇ ਹਨਾ। ਤੇ ਫਿਰ ਇੱਕ ਚੀਜ਼ ਹੋਰ ਹੈ, ਕਿਉਂਕਿ ਸੁੱਖ ਜਿਹੜਾ ਨਾ ਉਹ ਹੱਡੀ ਪੈ ਜਾਂਦਾ। ਬਿਲਕੁਲ। ਤਾਂ ਇੱਕ ਗੁਲਾਮ ਬਣਾ ਲੈਂਦੇ ਉਹਨੂੰ ਹਨਾ। ਤੇ ਜਦੋਂ ਕੋਈ ਗੁਲਾਮ ਥੋੜਾ ਜਿਹਾ ਤੁਹਾਡੇ ਤੋਂ ਦੂਰ ਜਾਂਦਾ ਹੈ ਹਨਾ, ਕਿਉਂਕਿ ਹਰ ਇੱਕ ਚੀਜ਼ ਆਵਾਜ਼ ਦੇ ਕੇ ਫਲਾਣੀ ਲਿਆਈ, ਨਾਲੇ ਉਹਦੀ ਨਿਕਤਾਚੀਨੀ ਕਰਦੇ ਰਹਿਣਾ। 100 ਦੇ ਵਿੱਚ 50-50 ਇਹ ਲੌਜਿਕ ਚੱਲਦਾ। ਬਿਲਕੁਲ ਜੀ। ਤਾਂ ਇਹ ਇੱਕ ਬੱਚੇ ਨੇ ਸਵਾਲ ਕੀਤਾ ਸੀ, ਕਹਿੰਦੇ ਕਿ ਜਦੋਂ ਨੌਂ ਆਪਣੇ ਪੇਕੇ ਜਾਂਦੀ ਹੈ 4 ਦਿਨ ਰਹਿਣ ਲਈ ਹਨਾ, ਜੀ ਉੱਥੇ ਜਾਂਦੀ ਹੈ ਕਿ ਮੈਂ ਖੁਸ਼ ਰਹੂੰਗੀ, ਗੱਲਾਂ ਬਾਤਾਂ ਕਰੂੰਗੀ, ਸੱਸ ਨੂੰ ਪਿੱਛੇ ਇਹ ਹੋ ਜਾਂਦਾ ਕਿ ਜਿੰਨਾ ਮੈਂ ਇਹਨੂੰ ਮਾੜਾ ਬੋਲਿਆ, ਕਿਤੇ ਜੇ ਜ਼ਿਆਦਾ ਟਾਈਮ ਉੱਥੇ ਰਹਿ ਗਈ ਤੇ ਸਾਰੀਆਂ ਗੱਲਾਂ ਉੱਥੇ ਦੱਸ ਨਾ ਦੇਵੇ ਹਨਾ। ਹਾਂਜੀ ਬਿਲਕੁਲ। ਸਾਡੀ ਪੋਲ ਨਾ ਖੋਲ ਦੇਵੇ ਕਿ ਵੀ ਮੈਨੂੰ ਏਦਾਂ ਏਦਾਂ ਕਰਕੇ ਸਤਾਇਆ ਜਾਂਦਾ, ਤਸ਼ੱਦਦ ਕੀਤਾ ਜਾਂਦਾ ਆ। ਤੇ ਕੁਲਜਿੰਦਰ ਜੀ ਇੱਕ ਚੀਜ਼ ਹੋਰ ਆ, ਕਹਿੰਦੇ ਨੇ ਕਿ ਜਦੋਂ ਕੋਈ ਮਾਲੀ ਆਪਣਾ ਪਾਲਿਆ ਹੋਇਆ ਬੂਟਾ ਕਿਸੇ ਨੂੰ ਦਿੰਦਾ ਨਾ, ਉਹ ਬੋਲਦਾ ਆ ਕਿ ਵੀ ਭਾਈ ਇਹਨੂੰ ਇਹਦਾ ਖਿਆਲ ਪੂਰਾ ਰੱਖਿਓ, ਧੁੱਪ ਪਾਣੀ ਹਨਾ ਤੇ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਿਓ ਕਿਤੇ ਮੁਰਝਾ ਨਾ ਜਾਵੇ। ਜਦੋਂ ਮਾਪੇ ਧੀ ਨੂੰ ਘਰੋਂ ਤੋਰਦੇ ਉਹ ਵੀ ਇਹੀ ਕਹਿੰਦੇ ਆ ਕਿ ਸਾਡੀ ਧੀ ਕਦੇ ਘਰੋਂ ਬਾਹਰ ਇੰਨਾ ਟਾਈਮ ਰਹੀ ਨਹੀਂ ਤੇ ਤੁਸੀਂ ਇਹਦਾ ਖਿਆਲ ਰੱਖਿਓ ਕਿ ਅੱਖ ਦੇ ਵਿੱਚ ਹੰਝੂ ਨਾ ਆਵੇ। ਕਹਿੰਦੇ ਕਿ ਬਹੁਤ ਸਾਰੇ ਪਰਿਵਾਰ ਹੋਣਗੇ ਇਦਾਂ ਦੇ ਜਿਹੜੇ ਇਸ ਚੀਜ਼ ਦਾ ਖਿਆਲ ਰੱਖਦੇ ਨੇ, ਪਰ ਜ਼ਿਆਦਾਤਰ ਇਹੀ ਹੁੰਦੇ ਨੇ ਕਿ ਅਸੀਂ
ਇਹਨੂੰ ਵਿਆਹ ਲਿਆਂਦਿਆ ਤੇ ਹੁਣ ਇਹਦਾ ਉਹਦਾ ਪੇਕਿਆਂ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਹੈ ਨਾ। ਜੇ ਉਹਨਾਂ ਨੂੰ ਕੋਈ ਦੁੱਖ ਤਕਲੀਫ ਹੁੰਦੀ ਵੀ ਹੈ ਤਾਂ ਇਹ ਜਾ ਨਹੀਂ ਸਕਦੀ ਹੈਗੀ, ਇਹ ਸਾਡੀ ਗੁਲਾਮ ਹੋ ਕੇ ਰਹਿੰਦੀ ਹੈ। ਹਾਂ, ਇੱਕ ਚੀਜ਼ ਹੋਰ ਹੈ, ਦੇਖੋ ਕੁਲਜਿੰਦਰ ਜੀ, ਕਿਉਂਕਿ ਜਿਹੜੇ ਜਨਮ ਦੇ ਵਿੱਚ ਉਹ ਪਹਿਲਾਂ ਰਹਿ ਰਹੀ ਹੁੰਦੀ ਹੈ ਨਾ, ਬਿਲਕੁਲ, ਉੱਥੇ ਉਹ ਦੁੱਖ ਥੋੜਾ ਜਿਹੀ ਵੀ ਹੈ ਤੇ ਇਹਦੀ ਆਪਣੀ ਮਾਂ ਨੂੰ ਆਵਾਜ਼ ਦਿੰਦੀ ਹੈ ਨਾ, ਤਾਂ ਜੇ ਜ਼ਰੂਰਤ ਤਾਂ ਆਪਣੇ ਪਿਓ ਨੂੰ ਆਵਾਜ਼ ਦਿੰਦੀ ਹੈ, ਜੇ ਕਿਤੇ ਸਹਾਇਤਾ ਦੀ ਲੋੜ ਆ ਹੋਰ ਤੇ ਉਹ ਆਪਣੇ ਭਰਾਵਾਂ ਨੂੰ ਆਵਾਜ਼ ਦਿੰਦੀ ਹੈ। ਜਦੋਂ ਸਹੁਰੇ ਜਾ ਕੇ ਉਹ ਬਿਮਾਰ ਹੁੰਦੀ ਹੈ ਤੇ ਉਹ ਆਪਣੀ ਸੱਸ ਨੂੰ ਕਹਿੰਦੀ ਹੈ, ਤੇ ਕਈ ਸੱਸਾਂ ਇਹੋ ਜਿਹੀਆਂ ਕਹਿੰਦੀ ਕਿ ਨਾਟਕ ਕਰਦੀ ਆ, ਹਨਾ, ਇਹ ਸ਼ਬਦ ਵਰਤਿਆ ਜਾਂਦਾ ਹੈ ਨਾ, ਮਨ ਨਹੀਂ ਕਰਦਾ ਇਹਦਾ ਤਾਂ ਕਰਕੇ ਨਾਟਕ ਕਿਉਂਕਿ ਜੀਵਨ ਜਦੋਂ ਘਰ ਬਦਲਦਾ ਆ ਤੇ ਜ਼ਿੰਦਗੀ ਦੇ ਵਿੱਚ ਬੜੀਆਂ ਚੀਜ਼ਾਂ ਚੇਂਜ ਹੋ ਰਹੀਆਂ, ਨਵੇਂ ਮਾਹੌਲ ਦੇ ਵਿੱਚ ਉਹ ਕਿਸ ਤਰ੍ਹਾਂ, ਹਨਾ, ਹਰ ਇੱਕ ਦਾ ਵਰਤੀਰਾ ਨਹੀਂ ਪਤਾ ਹੁੰਦਾ ਉਸ ਧੀ ਨੂੰ, ਹਨਾ, ਵੀ ਕੌਣ ਕੀ ਖਾਣਾ ਪਸੰਦ ਕਰਦਾ, ਕੌਣ ਕਿੱਦਾਂ ਦੀ ਬੋਲੀ ਨੂੰ ਪਸੰਦ ਕਰਦਾ ਹੈ, ਕੌਣ ਕਿਸ ਤਰ੍ਹਾਂ ਦੀਆਂ ਗੱਲਾਂ ਹਨਾ ਪਸੰਦ ਕਰਦਾ, ਤੇ ਉਹਨਾਂ ਨੂੰ ਸਾਡਾ ਨਹੀਂ ਪਤਾ ਹੁੰਦਾ, ਕਿਉਂਕਿ ਜੋ ਕਹਿੰਦੇ ਨੇ ਕਿ ਹਾਥੀ ਦੇ ਦੰਦ ਦਿਖਾਉਣ ਨੂੰ ਹੋਰ ਤੇ ਖਾਣ ਨੂੰ ਹੋਰ ਹੁੰਦੇ ਆ ਨਾ, ਤਾਂ ਉਹ ਸਾਹਮਣੇ ਵਰਤੀਰੇ ਹੋਰ ਹੁੰਦੇ ਆ, ਜਦੋਂ ਤੁਹਾਡੀ ਮਤਲਬ ਮੂੰਹ ਦੂਜੇ ਬੰਨੇ ਨੂੰ ਹੁੰਦਾ ਵਰਤੀਰਾ ਕੁਝ ਹੋਰ ਹੋ ਜਾਂਦਾ ਹੈ ਨਾ। ਸੋ ਇਸ ਲਈ ਜੇ ਤਾਂ ਤੁਸੀਂ ਧੀ ਲੈ ਕੇ ਜਾ ਰਹੇ ਹੋ ਤਾਂ ਧੀ ਵਾਂਗੂ ਹੀ ਸਮਝੋ, ਜੇ ਉਹ ਕੁਝ ਉਹਨੂੰ ਠੋਕਰ ਲੱਗੀ ਆ ਜਾਂ ਕੁਝ ਹੋਇਆ ਆ ਤਾਂ ਸੰਭਾਲੋ, ਕਿਉਂਕਿ ਕੱਚ ਦੇ ਗਲਾਸ ਡਿੱਗ ਕੇ ਟੁੱਟ ਜਾਂਦੇ ਆ, ਬਾਰ ਦੁਆਰਾ ਜੁੜਦੇ ਨਹੀਂ। ਇਸੇ ਤਰ੍ਹਾਂ ਜਿਹੜੀ ਉਹਦੇ ਮਨ ਦੇ ਵਿੱਚ ਛਵੀ ਤੁਹਾਡੇ ਪ੍ਰਤੀ ਬਣ ਗਈ ਨਾ ਉਹਨਾਂ ਸਮਿਆਂ ਦੇ ਵਿੱਚ, ਮਹੀਨੇ 2 ਮਹੀਨਿਆਂ ਦੇ ਵਿੱਚ, ਉਹ ਛਵੀ ਹਮੇਸ਼ਾ ਰਹੂਗੀ। ਤੇ ਪਰ ਕਈ ਕੀ ਕਰਦੇ 4-5 ਦਿਨ ਛਵੀ ਉਹ ਸਹੀ ਰਹਿੰਦੀ, ਉਸ ਤੋਂ ਬਾਅਦ ਵਿੱਚ ਉਹ ਛਵੀ ਜਿਹੜੀ ਉਹਦਾ ਵਿਗੜਦੀ ਹੈ। ਬਿਲਕੁਲ ਜੀ, ਤੇ ਅਮਨ ਜੀ ਕਿਸੇ ਨੇ ਸੱਚ ਹੀ ਕਿਹਾ ਹੈਗਾ ਵਾ ਵੀ ਕੱਚ ਦਾ ਗਲਾਸ ਬਚ ਜਾਂਦਾ ਟੁੱਟਣੋਂ, ਡਿੱਗਦੇ ਨੂੰ ਉਹਨੂੰ ਜੇ ਕੋਈ ਬੋਚ ਲੈ, ਅੱਧੋ ਅੱਧ ਰੌਲੇ ਮੁੱਕ ਜਾਣਗੇ ਜੇ ਬੋਲਣ ਤੋਂ ਪਹਿਲਾਂ ਬੰਦਾ ਸੋਚ ਲੈ। ਬਿਲਕੁਲ ਬਿਲਕੁਲ। ਸੋ ਹਮੇਸ਼ਾ ਹੀ ਜਦੋਂ ਵੀ ਮੰਨ ਲਓ ਕੋਈ ਵੀ ਇਨਸਾਨ ਆ ਉਹਨੂੰ ਕੁਝ ਕਹਿਣਾ ਹੋਵੇ ਤਾਂ ਸੋਚ ਲੈਣਾ ਚਾਹੀਦਾ ਆ ਕਿ ਕੀ ਅਸੀਂ ਜੋ ਕਹਿਣ ਜਾ ਰਹੇ ਹਾਂ ਕਿ ਅਸੀਂ ਸਹਿ ਸਕਦੇ ਹਾਂ, ਜੇ ਤਾਂ ਅਸੀਂ ਸਹਿ ਸਕਦੇ ਹਾਂ ਫਿਰ ਸਾਹਮਣੇ ਵਾਲੇ ਨੂੰ ਵੀ ਕਹਿ ਦਿਓ। ਤੇ ਏਦਾਂ ਹੀ ਉਹ ਨੌ ਹੁੰਦੀ ਆ ਜਿਹੜੀ ਘਰ ਚਾਈ ਹੁੰਦੀ, ਜਿਹਨੇ ਆਪਣਾ ਪਰਿਵਾਰ ਛੱਡਿਆ ਹੁੰਦਾ ਆ। ਮੈਨੂੰ ਨਾ ਹੁਣ ਗੱਲ ਯਾਦ ਆ ਗਈ, ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਇੱਕ ਗੱਲ ਕਰਦੇ ਹੁੰਦੇ ਆ, ਕਹਿੰਦੇ ਕਿ ਜਦੋਂ ਮੁੰਡਾ ਵਿਆਹੁੰਦੇ ਨਾ ਤੇ ਸਭ ਦੀ ਇਹ ਜਦੋਂ ਮੁੰਡਾ ਜਨਮ ਹੁੰਦਾ ਉਹਦਾ ਇਹ ਹੁੰਦਾ ਮੁੰਡਾ ਵਿਆਹਾਂਗੇ ਘਰ ਦਾ ਆ ਜਾਊਗਾ, ਘਰ ਸੋਹਣਾ ਬਣਾ ਲੈਂਦੇ ਹਨਾ, ਤੇ ਫਰਨੀਚਰ ਨਹੀਂ ਲੈ ਕੇ ਆਉਂਦੇ ਵੀ ਚਲੋ ਨਹੁੰ ਆਊਗੀ ਉਹ ਫ੍ਰਿਜ ਵੀ ਲੈ ਕੇ ਆਊਗੀ, ਬੈੱਡ ਵੀ ਲੈ ਕੇ ਆਊਗੀ, ਸੋਫੇ ਵੀ ਲੈ ਕੇ ਆਊਗੀ, ਅਲਮਾਰੀ ਵੀ ਲੈ ਕੇ ਆਊਗੀ, ਹਨਾ, ਵਾਸ਼ਿੰਗ ਮਸ਼ੀਨ ਵੀ ਤੇ ਗੱਡੀ ਵੀ ਕੋਈ ਆਊਗੀ। ਗੱਡੀ ਤਾਂ ਪਹਿਲਾਂ ਹੀ, ਬਾਕੀ ਗੱਲਾਂ ਬਾਅਦ। ਕਹਿੰਦੇ ਨੇ ਕਿ ਜੇ ਤੁਹਾਨੂੰ ਤੁਹਾਡੇ ਚ ਇੰਨੀ ਹਿੰਮਤ ਹੈ ਕਿ ਤੁਸੀਂ ਮੁੰਡੇ ਨੂੰ ਜਨਮ ਦੇ ਕੇ ਉਹਨੂੰ ਪਾਲ ਸਕਦੇ, ਪੜ੍ਹਾ ਸਕਦੇ ਆ, ਤਾਂ ਇਹਦਾ ਮਤਲਬ ਤੁਸੀਂ ਵਿਆਹਣ ਵਾਸਤੇ ਉਸ ਮੁੰਡੇ ਦਾ ਮੁੱਲ ਲਾ ਰਹੇ ਹੋ। ਬਿਲਕੁਲ, ਹਨਾ, ਮੁੱਲ ਲਾ ਰਹੇ ਹੋ ਕਿ ਅਸੀਂ ਮੁੰਡੇ ਤੇ ਇੰਨਾ ਖਰਚਾ ਕੀਤਾ ਤੇ ਫਿਰ ਤੁਸੀਂ ਆਪਣੇ ਲਈ ਕੀਤਾ, ਕੁੜੀ ਵਾਲਿਆਂ ਨੂੰ ਕੀ ਸਾਨ। ਬਿਲਕੁਲ ਅਮਨ ਜੀ, ਇਹ ਤਾਂ ਬਹੁਤ ਛੋਟੀ ਜੀ ਗੱਲ ਆ ਕਿ ਅੱਜ ਕੱਲ ਤਾਂ ਇੱਕ ਹੋਰ ਜਿਹੜਾ ਆਪਾਂ ਕਹਿ ਸਕਦੇ ਫੈਸ਼ਨ ਹੀ ਚੱਲ ਪਿਆ ਹੈਗਾ ਆ ਵੀ ਜਦੋਂ ਮੁੰਡੇ ਦਾ ਵਿਆਹ ਕੀਤਾ ਜਾਂਦਾ ਆ ਤਾਂ ਉਹਦੀ ਯੋਗਤਾ ਦੇ ਹਿਸਾਬ ਦੇ ਨਾਲ ਕੁੜੀ ਵਾਲਿਆਂ ਕੋਲੋਂ ਪੈਸੇ ਲੈ ਜਾਂਦੇ। ਜੇਕਰ ਮੁੰਡਾ MBBS ਆ ਤਾਂ ਉਹਦਾ ਉਹ 4 ਸਾਲਾਂ ਦੀ ਡਿਗਰੀ ਦਾ ਖਰਚਾ ਜਿਹੜਾ ਉਹ ਕੁੜੀ ਵਾਲਿਆਂ ਕੋਲ ਲਿਆ ਜਾਂਦਾ। ਜੇ ਮੁੰਡਾ MBA ਆ ਤਾਂ ਉਸ ਡਿਗਰੀ ਦੇ ਹਿਸਾਬ ਨਾਲ ਖਰਚਾ ਲਿਆ ਜਾਂਦਾ ਵੀ ਅਸੀਂ ਮੁੰਡੇ ਤੇ ਇੰਨਾ ਖਰਚਾ ਕੀਤਾ ਤੇ ਇੰਨੀ ਇਹਦੀ ਸੈਲਰੀ ਹੋਣੀ ਆ, ਉਸ ਹਿਸਾਬ ਨਾਲ ਤੁਸੀਂ ਸਾਨੂੰ ਇੰਨਾ ਦਾਜ ਕੈਸ਼ 'ਚ ਦੇ ਦਿਓ। ਅੱਗੇ ਤਾਂ ਚਲੋ ਦਾਜ ਦੇ ਵਿੱਚ ਬੈੱਡ, ਸੋਫੇ, ਫ੍ਰਿਜ ਜਾਂ ਕਾਰ ਜਾਂ ਸੋਨਾ ਆਉਂਦਾ ਹੁੰਦਾ ਸੀ ਨਾ, ਹੁਣ ਕੈਸ਼ ਆਉਣਾ ਸ਼ੁਰੂ ਹੋ ਗਿਆ ਤੇ ਉਹ ਕੈਸ਼ ਲਿਆ ਵੀ ਗੁਪਤ ਜਾਂਦਾ ਆ ਵੀ ਕਿਸੇ ਨੂੰ ਪਤਾ ਨਾ ਲੱਗ ਜਾਵੇ ਕਿ ਅਸੀਂ ਕੈਸ਼ ਲਿਆ ਆ, ਤੇ ਉੱਥੇ ਮੁੱਲ ਜਿਹੜਾ ਵਾ ਉਹਦੀ ਯੋਗਤਾ ਦੇ ਹਿਸਾਬ ਨਾਲ ਪਾਇਆ ਜਾਂਦਾ। ਤੇ ਜੇਕਰ ਉਹ ਮੁੰਡਾ ਜਿਹੜਾ ਵਾ ਉਹ ਜੌਬ ਤੇ ਲੱਗਾ ਹੋਇਆ ਵਾ ਤਾਂ ਫਿਰ ਉਹਦਾ ਮੁੱਲ ਥੋੜਾ ਜਿਹਾ ਜ਼ਿਆਦਾ ਵਧਾ ਦਿੱਤਾ। ਫਿਰ ਕੁਲਜਿੰਦਰ ਜੀ ਮੈਨੂੰ ਲੱਗਦਾ ਕਿ ਇਸ ਰੀਤ ਨੂੰ ਥੋੜਾ ਜਿਹਾ ਬਦਲ ਦੇਣਾ ਚਾਹੀਦਾ। ਬਿਲਕੁਲ ਜੀ, ਜੇ ਤੁਸੀਂ ਮੁੰਡੇ ਦੀ ਪੜ੍ਹਾਈ ਦੀ ਤੇ ਸਾਰੇ ਲੈ ਰਹੇ ਹੋ ਨਾ, ਖਰਚਾ ਲੈ ਰਹੇ ਹੋ, ਬਿਲਕੁਲ, ਫਿਰ ਮੁੰਡਾ ਤੁਸੀਂ ਵਿਆਹ ਕੇ ਕੁੜੀ ਵਾਲੇ ਦੇ ਘਰ ਭੇਜੋ। ਬਿਲਕੁਲ ਅਮਨ ਜੀ, ਮੇਰੀ ਮੂੰਹ ਦੀ ਗੱਲ ਪੜ ਲਈ ਤੁਸੀਂ, ਕਿਉਂਕਿ ਤੁਸੀਂ ਉਹਦਾ ਮੁੱਲ ਲੈ ਲਿਆ, ਬਚਪਨ ਤੋਂ ਲੈ ਕੇ ਹੁਣ ਤੱਕ ਦੀ ਪੜ੍ਹਾਈ ਦਾ ਸਾਰਾ ਕੁਝ ਤੁਸੀਂ ਦੱਸਤਾ ਵੀ ਇੰਨਾ ਟੋਟਲ ਖਰਚਾ ਹੋਇਆ, ਤੁਸੀਂ ਉਹ ਕੈਸ਼ ਲੈ ਲਿਆ ਹਨਾ। ਦਾਜ ਜਿਹੜਾ ਆ ਬੈੱਡ ਸੋਫੇ ਉਹ ਲੈ ਜਾ ਕੇ ਘਰੇ ਰੱਖ ਲਓ, ਮੁੰਡਾ ਜਿਹੜਾ ਕੁੜੀ ਵਾਲਿਆਂ ਨੂੰ ਦੇ ਦਿਓ। ਬਿਲਕੁਲ ਜੀ, ਕੈਸ਼ ਤੁਸੀਂ ਲੈ ਲਿਆ, ਠੀਕ ਆ। ਜਦੋਂ ਵਿਆਹ ਹੋਇਆ ਡੋਲੀ ਜਿਹੜੀ ਉਹ ਮੁੰਡੇ ਦੇ ਘਰੇ ਨਹੀਂ ਕੁੜੀ ਦੇ ਘਰੇ ਚਲੇ ਜਾਵੇ, ਕਿਉਂਕਿ ਤੁਸੀਂ ਮੁੱਲ ਕੀਮਤ ਲੈ ਲਈ, ਤੁਸੀਂ ਦਾਜ ਲੈ ਰਹੇ ਹੋ। ਹਾਂ, ਤਾਂ ਕਹਿੰਦੇ ਨੇ ਕਿ ਇੱਕ ਬੰਨੇ ਅਸੀਂ ਕੈਸ਼ ਵੀ ਲੈ ਰਹੇ ਹਾਂ ਦਾਜ, ਇੱਕ ਬੰਨੇ ਅਸੀਂ ਉਹ ਕੁੜੀ ਨੂੰ ਨੌਕਰ ਬਣਾ ਕੇ ਘਰੇ ਵੀ ਲੈ ਕੇ ਜਾ ਰਹੇ ਹਾਂ ਕਿ ਸਾਡਾ ਘਰ ਦਾ ਕੰਮ ਵੀ ਕਰੂਗੀ। ਮਤਲਬ ਦੇਖੋ ਜ਼ਮਾਨਾ ਕਿੱਧਰ ਨੂੰ ਜਾ ਰਿਹਾ ਹੈ। ਨਹੀਂ ਮੈਂ ਹੁਣ ਹੋਏਗੀ ਗੱਲ ਜਿੱਦਾਂ ਹੁਣ ਤੁਸੀਂ ਆਪਾਂ ਕਿਉਂਕਿ ਦਾਜ ਦੀ ਗੱਲ ਕਰ ਰਹੇ ਨੇ, ਜਿਹੜੀ ਲਿਸਟ ਦੀ ਗੱਲ ਕਰ ਰਹੇ ਆ ਜੀ, ਫਿਰ ਤੁਸੀਂ ਕੁੜੀ ਤਾਂ ਮੰਗੀ ਨਹੀਂ ਨਾ ਜੀ, ਹਨਾ, ਤੇ ਫਿਰ ਕੁੜੀ ਨੇ ਮੰਗੀ ਤੇ ਫਿਰ ਕੁੜੀ ਤੁਹਾਡੇ ਘਰ ਕਿਵੇਂ ਰਹਿ ਲੂ, ਹਨਾ, ਕਿਉਂਕਿ ਇੱਕ ਬੰਨੇ ਤਾਈ ਨੂੰ ਚਾਹੀਦੀ ਕੁੜੀ ਸੰਸਕਾਰੀ, ਬਿਲਕੁਲ ਪੜ੍ਹੀ ਲਿਖੀ, ਕਰੈਕਟਰ ਵੀ ਉਹਦਾ ਵਧੀਆ ਹੋਵੇ, ਹਨਾ, ਸਾਰਾ ਕੁਝ ਚਾਹੀਦਾ। ਕਰੈਕਟਰ ਤਾਂ ਇਦਾਂ ਚੈੱਕ ਕਰਦੇ ਆ ਵੀ ਜਿੱਦਾਂ ਅਟੈਂਡੈਂਸ ਨਹੀਂ ਚੈੱਕ ਕਰਦੇ ਹੁੰਦੇ ਪੇਪਰਾਂ ਦੇ ਐਂਡ ਦੇ ਉੱਤੇ, ਰਿਜ਼ਲਟ ਜਦੋਂ ਲਾਉਂਦਾ
ਵੀ 75% ਜਿਹੜਾ ਅਟੈਂਡੈਂਸ ਹੈਗੀ ਹੈ ਕਿ ਨਹੀਂ, ਇਸ ਤਰੀਕੇ ਨਾਲ ਉਹਦਾ ਕਰੈਕਟਰ ਮੈਨੂੰ ਇੱਕ ਚੀਜ਼ ਸਮਝ ਨਹੀਂ ਆਉਂਦੀ, ਮਤਲਬ ਥਾਂ ਥਾਂ ਤੋਂ ਪੁੱਛਿਆ ਜਾਂਦਾ ਕਿ ਕੁੜੀ ਕਿਵੇਂ ਦੀ ਆ, ਵੀ ਭਲੇ ਲੋਕੋ ਤੁਸੀਂ ਡਾਇਰੈਕਟ ਕੁੜੀ ਨੂੰ ਹੀ ਪੁੱਛ ਲਓ ਜਾ ਕੇ ਵੀ ਭਾਈ ਤੂੰ ਕਿਵੇਂ ਦੀ ਆ। ਬਿਲਕੁਲ ਨਹੀਂ, ਐਡਜਸਟ ਕਰ ਪਾਏਂਗੇ ਸਾਡੇ ਪਰਿਵਾਰ ਚ ਕਿ ਨਹੀਂ। ਇੱਕ ਚੀਜ਼ ਹੋਰ ਹੈ, ਹੁਣ ਗੱਲਾਂ 'ਚ ਗੱਲਾਂ ਨਿਕਲਦੀਆਂ ਆ ਜੀ, ਤਾਂ ਜੇ ਇਹ ਸਾਰਾ ਕੁਝ ਆ ਕਿ ਤੁਸੀਂ ਆਪਣੇ ਮੁੰਡੇ ਦੇ ਲਈ 100% ਉਹ ਸਰਟੀਫਿਕੇਟ ਦੇ ਸਕਦੇ ਕਿ ਉਹਦਾ ਕਰੈਕਟਰ ਸਹੀ ਹੈ। ਬਿਲਕੁਲ ਇਹੀ ਤਾਂ ਗੱਲ ਆ ਮੰਜੀ ਕਿ ਜੇ ਇਹੀ ਉਲਟਾ ਕੁੜੀ ਵਾਲੇ ਕਰੈਕਟਰ ਸਰਟੀਫਿਕੇਟ ਮੰਗਣ ਮੁੰਡੇ ਦਾ ਕਿ ਭਾਈ ਸਾਨੂੰ ਸਰਟੀਫਿਕੇਟ ਦਿਓ ਲਿਆ ਕੇ ਵੀ ਇਹ ਤੁਹਾਡਾ ਮੁੰਡਾ ਜਿਹੜਾ ਵਾ ਕਦੀ ਇਹਨੇ ਕਿਸੇ ਵੀ ਅਲਕੋਹਲ ਨੂੰ ਹੱਥ ਨਹੀਂ ਲਾਇਆ, ਸ਼ਰਾਬ ਨੂੰ ਕਦੀ ਹੱਥ ਨਹੀਂ ਲਾਇਆ, ਕਦੇ ਕਿਸੇ ਧੀ ਨੂੰ ਦੂਜੇ ਤਰ੍ਹਾਂ ਨਹੀਂ ਦੇਖਿਆ ਹਨਾ ਲਈ, ਤੇ ਉਹੀ ਅੱਖਾਂ ਜਿਹੜੀਆਂ ਪਰਮਾਤਮਾ ਨੇ ਦਿੱਤੀਆਂ ਹੋਈਆਂ ਆਪਣੀ ਭੈਣ ਨੂੰ ਦੇਖਣ ਲਈ, ਤੇ ਉਹਨਾਂ ਅੱਖਾਂ ਦੇ ਨਾਲ ਹੀ ਦੂਸਰੀਆਂ ਕੁੜੀਆਂ ਨੂੰ ਜਾਂ ਦੂਸਰਿਆਂ ਦੀਆਂ ਭੈਣਾਂ ਨੂੰ ਮਾੜੀ ਨਿਗਾਹ ਨਾਲ ਦੇਖਦਾ ਆ ਵੀ ਉਹ ਦਿਓ ਕਰੈਕਟਰ ਸਰਟੀਫਿਕੇਟ ਕਿ ਇਹਨੇ ਜਿਹੜੀ ਅੱਖ ਨਾਲ ਆਪਣੀ ਭੈਣ ਨੂੰ ਦੇਖਿਆ ਉਹਨਾਂ ਅੱਖਾਂ ਦੇ ਨਾਲ ਹੀ ਬਾਕੀਆਂ ਦੀਆਂ ਭੈਣਾਂ ਨੂੰ ਵੀ ਦੇਖਿਆ ਹੈ ਕਿ ਨਹੀਂ ਦੇਖਿਆ। ਕਦੀ ਅਸੀਂ ਇਸ ਪਾਸੇ ਜਾਂਦੇ ਆ, ਕਦੀ ਨਹੀਂ। ਮਾਪੇ ਜਿਹੜੇ ਨਾ ਕਹਿੰਦੇ ਕਿ ਜਿਨ੍ਹਾਂ ਦੇ ਘਰ ਧੀਆਂ ਨਾ ਉਹਨਾਂ ਉਹ ਹਮੇਸ਼ਾ ਝੁਕੇ ਰਹਿੰਦੇ, ਪਰ ਅਸਲ ਦੇ ਵਿੱਚ ਗਲਤੀ ਆ, ਕਿਉਂਕਿ ਜਿਨ੍ਹਾਂ ਨੇ ਧੀ ਦੇਣੀ ਆ ਨਾ ਉਹਨਾਂ ਦਾ ਸਿਰ ਫਖਰ ਨਾ ਉੱਚਾ ਹੋਣਾ ਚਾਹੀਦਾ ਕਿ ਅਸੀਂ ਪਾਲ ਕੇ ਆਪਣਾ ਅੰਗ ਜਿਹੜਾ ਦੂਜੇ ਘਰ ਦੇ ਰਹੇ ਨਾ। ਹੋਰ ਅਮਨ ਜੀ ਜਿੰਨਾ ਕਿ ਇੱਕ ਚੀਜ਼ ਹੋਰ ਮੈਨੂੰ ਇਸੇ ਗੱਲਾਂ ਚੋਂ ਯਾਦ ਆਈ ਜੀ, ਦੇਖੋ ਕੁੜੀ ਉਸ ਪਰਿਵਾਰ ਚ ਜਾਂਦੀ ਹੈ ਨਾ, ਆਪਣੇ ਨੂੰ ਆਪ ਨੂੰ 100% ਢਾਲ ਲੈਣਾ ਚਾਹੁੰਦੀ ਹੈ, ਉਹਦੇ ਸਾਰਾ ਕੁਝ ਬਦਲਦੀ ਹੈ, ਆਪਣੀ ਖੁਸ਼ੀਆਂ ਵੀ ਮਾਰਦੀ ਹੈ ਹਨਾ, ਆਪਣੇ ਦੁੱਖ ਵੀ ਲੁਕਾਉਂਦੀ ਹੈ, ਆਪਣੀਆਂ ਖੁਆਇਸ਼ਾਂ ਵੀ ਮਾਰਦੀ ਹੈ ਹਨਾ, ਤਾਂ ਉਸ ਪਰਿਵਾਰ ਦੇ ਹਰ ਇੱਕ ਜੀ ਦੀਆਂ ਵੱਖਰੀਆਂ ਵੱਖਰੀਆਂ ਡਿਮਾਂਡਾਂ ਨੂੰ ਪੂਰਾ ਕਰ। ਕਦੇ ਕਿਸੇ ਨੇ ਵੀ ਪੁੱਛਿਆ ਕਿ ਤੇਰੀ ਕੀ ਖੁਆਇਸ਼ ਹੈ, ਬਿਲਕੁਲ ਤੇਰੀ ਕੀ ਰੂਹ ਆ ਜੀ, ਮਤਲਬ ਤੂੰ ਕਿਵੇਂ ਜੀਣਾ ਚਾਹੁੰਦੀ ਹੈ, ਕਦੇ ਨਹੀਂ ਪੁੱਛਿਆ ਨਾ ਜੀ। ਪਰ ਉਹਨਾਂ ਨੇ ਇਹ ਹੁੰਦਾ ਅਸੀਂ ਜੋ ਕਹਿੰਨੇ ਆ, ਜੇ ਕਹੀਏ ਉੱਠ ਜਾ ਤੂੰ ਉੱਠ ਜਾ, ਜੇ ਕਹੀਏ ਬਹਿ ਜਾ ਤੇ ਬਹਿ ਜਾ ਹਨਾ, ਵੀ ਜੇ ਅਸੀਂ ਕਹੀਏ ਬਾਜ਼ਾਰ ਨਹੀਂ ਜਾਣਾ ਤੂੰ ਮਤਲਬ ਖਰੀਦਦਾਰੀ ਨਹੀਂ ਕਰਨੀ ਤੇ ਨਾ ਕਰੇ। ਮਤਲਬ ਇਹਦਾ ਇਹ ਕੀ ਪੈਟਰਨ ਆ, ਤੁਸੀਂ ਫਿਰ ਉਹਦਾ ਬਾਜ਼ਾਰ ਦੇ ਵਿੱਚੋਂ ਦੂਸਰੀਆਂ ਫਿਰ ਤੁਸੀਂ ਉਹਦਾ ਕਰੈਕਟਰ ਕਿਉਂ ਦੇਖਦੇ ਹੋ, ਫਿਰ ਤੁਸੀਂ ਉਹਦੀ ਐਜੂਕੇਸ਼ਨ ਕਿਉਂ ਦੇਖਦੇ ਹੋ, ਫਿਰ ਤੁਸੀਂ ਬਾਜ਼ਾਰ ਦੇ ਵਿੱਚੋਂ ਵਿਕਣ ਵਾਲੀਆਂ ਜਿਹੜੀਆਂ ਦੂਸਰੀਆਂ ਔਰਤਾਂ ਉਹੀ ਲੈ ਆਓ ਹਨਾ। ਬਿਲਕੁਲ ਜੇ ਆਪਾਂ ਕਹਿ ਸਕਦੇ ਹਾਂ ਕਿ ਅਸੀਂ ਕੁੜੀ ਨਹੀਂ ਵਿਆਹ ਕੇ ਘਰੇ ਲੈ ਕੇ ਆਉਂਦੇ, ਅਸਲ 'ਚ ਉਹ ਪਰਿਵਾਰ ਜਿਹੜੇ ਇਸ ਤਰ੍ਹਾਂ ਕਰਦੇ ਆ ਉਹ ਇੱਕ ਰੋਬੋਟ ਖਰੀਦ ਕੇ ਲਿਆਉਂਦੇ ਆ ਤੇ ਉਹ ਚਾਹੁੰਦੇ ਆ ਕਿ ਇਹ ਰੋਬੋਟ ਨੂੰ ਅਸੀਂ ਜਿੱਦਾਂ ਦੀ ਕਮਾਂਡ ਦੇ ਦਈਏ ਇਹ ਰੋਬੋਟ ਉਵੇਂ ਤਰ੍ਹਾਂ ਹੀ ਕੰਮ ਕਰੇ। ਸੋ ਇਹ ਪਰਿਵਾਰ ਜਿਹੜੇ ਆ ਉਹਨਾਂ ਅੱਗੇ ਸਾਡੀ ਗੁਜ਼ਾਰਿਸ਼ ਹੀ ਆ ਕਿ ਸਾਰੇ ਸਰੋਤੇ ਕੀ ਸੋਚੇ, ਮਤਲਬ ਇੱਕ ਇਹ ਨਾ ਵਿਸ਼ਾ ਐਸਾ ਆ ਕਿ ਇਹਦੇ ਤੇ ਨਾ ਤੁਸੀਂ 2 ਸਾਲ ਵੀ ਲਗਾਤਾਰ ਗੱਲਬਾਤ ਕਰਦੇ ਰਹੋਗੇ, ਖਤਮ ਹੋਣ ਵਾਲਾ, ਕਿਉਂਕਿ ਹਰ ਗੱਲ ਦੇ ਵਿੱਚੋਂ ਨਾ ਇੱਕ ਨਵੀਂ ਗੱਲ ਨਿਕਲ ਕੇ ਆ ਜਾਂਦੀ ਹੈ ਹਨਾ। ਕਿਉਂਕਿ ਜੇ ਆਪਾਂ ਫੋਨ ਕਾਲ ਦੇ ਜ਼ਰੀਏ ਇਹੋ ਜਿਹੇ ਕਾਲਰਾਂ ਨੂੰ ਲੈਣਾ ਸ਼ੁਰੂ ਕਰ ਦਈਏ ਤੇ ਇਦਾਂ ਦੀਆਂ ਹੱਡ ਬੀਤੀਆਂ ਨਿਕਲ ਕੇ ਆਉਣਗੀਆਂ ਨੇ, ਕਿਉਂਕਿ ਅਸੀਂ ਪਿੱਛੇ ਜੇ ਬੜੇ ਪ੍ਰੋਗਰਾਮ ਇਦਾਂ ਦੇ ਕੀਤੇ, ਬੜੀਆਂ ਬੀਬੀਆਂ ਨਾਲ ਮਿਲੇ, ਕਿਉਂਕਿ ਜਿਹੜੀਆਂ ਸਿੱਧੀਆਂ ਰੂਬਰੂ ਨਹੀਂ ਹੁੰਦੀਆਂ ਹਨਾ, ਤੇ ਬਹੁਤ ਸਾਰੀ ਭੈਣਾਂ ਨਾਲ ਮਿਲੇ ਤੇ ਉਹਨਾਂ ਦੀਆਂ ਇਦਾਂ ਦੀਆਂ ਹੱਡ ਬੀਤੀਆਂ ਕਿ ਉਹ ਚਿਹਰੇ ਤੋਂ ਹਨਾ ਤੇ ਪਰਿਵਾਰ ਦੇ ਵਿੱਚ ਰਹਿੰਦੀ ਹੈ ਪਤਾ ਨਹੀਂ ਲੱਗਦਾ, ਤੇ ਜਦੋਂ ਉਹਨਾਂ ਨੂੰ ਕੱਲਿਆਂ ਨੂੰ ਮਿਲੀਦਾ ਉਹ ਕਹਿੰਦੇ ਤੁਸੀਂ ਤੁਹਾਡੀਆਂ ਕੋਠੀਆਂ ਨਾ ਦੇਖੋ, ਸਾਡਾ ਪਹਿਰਾਵਾ ਨਾ ਦੇਖੋ, ਸਾਡੇ ਅੰਦਰ ਕੀ ਚੱਲ ਰਿਹਾ ਉਹਨੂੰ ਟੋਲਣ ਦੀ ਕੋਸ਼ਿਸ਼ ਕਰੋ ਕਿ ਅਸੀਂ ਸਿਰਫ ਦਿਖਣ ਨੂੰ ਸੋਹਣੇ ਲੱਗ ਰਹੇ ਆ। ਤਾਂ ਮੈਂ ਇੱਕ ਨਾਂ ਨਹੀਂ ਲਊਂਗੀ ਕਿਸੇ ਪਰਿਵਾਰ ਦਾ ਵੀ, ਨਾ ਕਿਸੇ ਭੈਣ ਦਾ, ਬਹੁਤ ਅਮੀਰ ਪਰਿਵਾਰ, ਸੰਯੁਕਤ ਪਰਿਵਾਰ ਵਾਂਗੂ ਰਹਿੰਦਾ ਉਹ, ਤਾਂ ਉਹਦੇ ਵਿੱਚ ਇੱਕ ਭੈਣ ਇਦਾਂ ਦੀ ਕਿ ਉਹਦਾ ਜਿਹੜਾ ਹਸਬੈਂਡ ਹੈ ਨਾ ਉਹ ਡਰੱਗ ਲੈਂਦਾ, ਓਕੇ ਠੀਕ ਹੈ ਜੀ, ਤਾਂ ਉਹਦੀ ਜਿਹੜੀ ਸੱਸ ਆ ਜਾਂ ਹੋਰ ਭੈਣ ਭਰਾ ਆ ਨਾ ਉਹ ਉਹਨੂੰ ਸ਼ੋਅ ਨਹੀਂ ਹੋਣ ਦਿੰਦੇ ਪਹਿਲਾਂ। ਅੱਛਾ ਜੀ। ਹੌਲੀ ਹੌਲੀ ਕਹਿੰਦੇ ਨੇ ਕਿ ਜਿੱਥੇ ਅੱਗ ਹੈਗੀ ਧੂਆਂ ਤਾਂ ਨਿਕਲਣਾ ਹੀ ਨਿਕਲਣਾ, ਹੌਲੀ ਹੌਲੀ ਉਹ ਨਿਕਲਦਾ। ਬਿਲਕੁਲ ਬਾਅਦ ਵਿੱਚ ਉਹਦੇ ਮਾਪਿਆਂ ਤੱਕ ਉਹਨੂੰ ਮਿਲਣ ਨਹੀਂ ਜਾਣ ਦਿੱਤਾ ਜਾਂਦਾ ਹਨਾ, ਕਿਉਂਕਿ ਜੇ ਜਾਊਗੀ ਤਾਂ ਕੁਝ ਨਾ ਕੁਝ ਗੱਲ ਕਰੂਗੀ। 90 ਕਿੱਲਿਆਂ ਤੋਂ ਉਹ ਮੈਂਬਰ 15 ਕਿੱਲਿਆਂ ਤੇ ਆ ਜਾਂਦੇ ਆ, ਓ ਮਾਈ ਗॉड ਹਨਾ। ਤਾਂ ਉਹ ਧੀ ਨੂੰ ਸਿਰਫ ਸੂਟਾਂ ਦੇ ਨਾਲ ਲੱਦਿਆ ਜਾਂਦਾ ਆ ਹਨਾ, ਖੁਆਇਸ਼ਾਂ ਉਹਦੀਆਂ ਜਿਹੜੀਆਂ ਆ ਕਿ ਉਹ ਬਾਜ਼ਾਰ ਵਿੱਚ ਜਾ ਕੇ ਆਪਣੀ ਚੁਆਇਸ ਦੀ ਮਤਲਬ ਚਾਕਲੇਟ ਨਹੀਂ ਖਰੀਦ ਕੇ ਖਾ ਸਕਦੀ, ਬਾਕੀ ਚਲੋ ਬਹੁਤ ਦੂਰ ਦੀਆਂ ਗੱਲਾਂ ਹਨਾ। ਤਾਂ ਜਦੋਂ ਕਿਤੇ ਜਾਂਦੇ ਨੇ 3 ਜਣੇ ਨਾਲ ਜਾਂਦੇ ਨੇ, ਇੱਕ ਇੱਧਰਲੀ ਸਾਈਡ ਹੁੰਦਾ, ਦੂਜਾ ਦੂਜੀ ਸਾਈਡ ਹੁੰਦਾ ਹਨਾ, ਮਤਲਬ ਦੋਨਾਂ ਸਾਈਡ ਤੇ ਵੀ ਕਿਸੇ ਨੂੰ ਕੋਈ ਗੱਲ ਕਹਿ ਨਾ ਦਵੇ, ਦੱਸ ਨਾ ਦਵੇ ਹਨਾ, ਤਾਂ ਉਹ ਤਾਂ ਕੈਦ ਕਰਨ ਵਾਲੀ ਗੱਲ ਹੋਊਗੀ ਪੂਰਾ। ਤਾਂ ਜੇ ਉਹਦਾ ਕਿਤੇ ਹਸਬੈਂਡ ਜਾਂਦਾ ਹੈ, ਉਹ ਅੱਧੀ ਰਾਤ ਆਵੇ, ਉਹ ਸਵੇਰੇ ਆਵੇ, ਭਾਵੇਂ ਨਾ ਆਵੇ ਹਨਾ, ਪਰਵਾਹ ਕੋਈ ਨਹੀਂ ਕਿਸੇ ਨੂੰ ਵੀ। ਜੇ ਕੁੜੀ ਪੁੱਛਦੀ ਹੈ ਤੇ ਉਹਨੂੰ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਹਨਾ। ਤਾਂ
ਕੁੱਲ ਮਿਲਾ ਕੇ ਗੱਲਾਂ ਕਰਦੇ ਕਰਦੇ ਜਦੋਂ ਅਸੀਂ ਇਸ ਚੀਜ਼ ਵੱਲ ਨੂੰ ਫੀਲਡ ਵੱਲ ਨੂੰ ਗਏ ਤੇ ਗੱਲਾਂ ਕਰਦੇ ਕਰਦੇ ਨਿਕਲੀਆਂ ਗੱਲਾਂ ਜੀ, ਤਾਂ ਅਸੀਂ ਉਹਦੇ ਚਿਹਰੇ ਤੇ ਇੰਨੀ ਮੁਸਕਰਾਹਟ ਦੇਖੀ ਨਾ, ਉਹ ਕਹਿੰਦੀ ਮੇਰੀ ਮੁਸਕਰਾਹਟ ਸਿਰਫ ਦੁੱਖ ਲੁਕਾਉਣ ਲਈ ਆ ਕਿ ਮੇਰੇ ਮਾਪੇ ਜਿਹੜੇ ਬਹੁਤ ਗਰੀਬ ਪਰਿਵਾਰ ਦੇ ਆ। ਅੱਛਾ ਜੀ, ਇੰਨਾ ਕਿ ਉਹ ਦਿਹਾੜੀ ਕਰਦੇ ਆ ਤੇ ਜੇ ਮੈਂ ਆਪਣਾ ਦੁੱਖ ਦੱਸਦੀ ਆ ਤਾਂ ਉਹਨਾਂ ਨੇ ਜਿਉਂਦੇ ਜੀ ਫਾਹਾ ਲੈ ਲੈਣਾ, ਪਰ ਮਰਨਾ ਹੋ ਜਾਂਦਾ ਨਾ ਜੀ, ਸੋ ਕਹਿੰਦੀ ਕਿ ਮੈਂ ਕਿੱਥੇ ਜਾਵਾਂ, ਜੀ, ਨਸ਼ਾ ਛਡਾਊ ਕੇਂਦਰ ਦੇ ਵਿੱਚ ਮੈਂ ਭੇਜ ਨਹੀਂ ਸਕਦੀ ਕਿਉਂਕਿ ਮੇਰਾ ਸਹੁਰਾ ਪਰਿਵਾਰ ਚਾਹੁੰਦਾ ਨਹੀਂ ਕਿ ਉਹ ਦੂਰ ਹੋਵੇ ਹਨਾ। ਅੱਛਾ ਜੀ, ਤਾਂ ਉਹ ਕਿਤੇ ਵੀ ਜਾਂਦਾ ਗੱਡੀ ਲੈ ਕੇ ਜਾਂਦਾ, ਕਿਤੇ ਠੋਕ ਦਿੰਦਾ ਆ ਜਾਂ ਗੱਡੀ ਵੇਚ ਦਿੰਦਾ, ਕਿਸੇ ਨੂੰ ਕੋਈ ਪਰਵਾਹ ਨਹੀਂ ਜੀ। ਤਾਂ 48 ਘੰਟਿਆਂ ਵਿੱਚ ਮੁੰਡਾ ਘਰ ਆ ਜਾਂਦਾ ਤਾਂ ਠੀਕ ਹੈ, ਜੇ ਨਹੀਂ ਤਾਂ ਫਿਰ ਉਹਦੀ ਭਾਲ ਕੀਤੀ ਜਾਂਦੀ ਹੈ ਹਨਾ। 48 ਘੰਟੇ 48 ਯਾਨੀ ਘੰਟੇ ਕਿ 2 ਦਿਨ 2 ਦਿਨ ਕੋਈ ਪਰਵਾਹ ਨਹੀਂ ਕੀਤੀ ਕੋਈ ਪਰਵਾਹ ਨਹੀਂ। ਤੇ ਉਹ ਕਹਿੰਦੀ ਕਿ ਮੈਂ 1 ਘੰਟਾ ਜੀ, ਮਤਲਬ 10 ਸਾਲਾਂ ਵਿੱਚ 1 ਘੰਟਾ ਵੀ ਪੂਰਾ ਉਹਦੇ ਨਾਲ ਨਹੀਂ ਬਿਤਾਇਆ, ਇੰਨਾ ਟਾਈਮ ਨਹੀਂ ਓ ਮਾਈ ਪੂਰਾ ਹਨਾ। ਦੇਖੋ ਤੁਸੀਂ ਉਹ ਮਾਹੌਲ ਕੀ ਕਿੱਦਾਂ ਦਾ ਹੋਊਗਾ ਉਹਦੇ ਨਾਲ। ਬਿਲਕੁਲ ਬਿਲਕੁਲ ਜੀ। ਤੇ ਦੂਜੇ ਪਾਸੇ ਫਿਰ ਸਾਨੂੰ ਇਦਾਂ ਲੱਗਦਾ ਹੁੰਦਾ ਹੈ ਕਿ ਜੀਵਨ ਦੀ ਐਸੀ ਘੜੀ ਆ ਕਿ ਅਸੀਂ ਜਦੋਂ ਆਪਣੇ ਦੁੱਖਾਂ ਨੂੰ ਦੇਖਦੇ ਆ ਤਾਂ ਫਿਰ ਸੋਚਦੇ ਆ ਕਿ ਨਹੀਂ ਸੰਸਾਰ ਇਹਦੇ ਤੋਂ ਵੀ ਬਹੁਤ ਜ਼ਿਆਦਾ ਦੁਖੀ ਆ। ਕਹਿੰਦੇ ਨੇ ਕਿ ਜੇ ਤੁਸੀਂ ਆਪਣੇ ਦੁੱਖ ਤੋਂ ਦੁਖੀ ਆ ਨਾ, ਇੱਕ ਵਾਰੀ ਹਸਪੀਟਲ ਦਾ ਚੱਕਰ ਲਾਇਓ ਬਿਲਕੁਲ ਜੀ। ਤੇ ਤੁਹਾਨੂੰ ਪਤਾ ਲੱਗ ਜੂ ਕਿ ਤੁਹਾਡੇ ਦੁੱਖ ਤੋਂ ਇਲਾਵਾ ਹੋਰ ਵੀ ਦੁਨੀਆ ਬਹੁਤ ਜ਼ਿਆਦਾ ਦੁਖੀ ਆ, ਇੰਨੀ ਜ਼ਿਆਦਾ ਦੁਖੀ ਆ ਕਿ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ। ਅਮਨ ਜੀ ਜਦੋਂ ਦੂਸਰੇ ਫਿਰ ਤੁਸੀਂ ਆਪਣਾ ਦੁੱਖ ਭੁੱਲ ਜਾਓਗੇ। ਬਿਲਕੁਲ ਇਹੀ ਗੱਲ ਮੈਂ ਕਹਿਣੀ ਸੀ ਕਿ ਜਦੋਂ ਤੁਸੀਂ ਦੇਖੋਗੇ ਕਿ ਜੇ ਤੁਹਾਨੂੰ ਅੱਜ ਬੁਖਾਰ ਆ ਤੇ ਤੁਹਾਨੂੰ ਕੋਈ ਕੈਂਸਰ ਦਾ ਮਰੀਜ਼ ਮਿਲ ਜਾਂਦਾ ਤਾਂ ਤੁਹਾਨੂੰ ਭੁੱਲ ਹੀ ਜਾਂਦਾ ਕਿ ਤੁਹਾਨੂੰ ਬੁਖਾਰ ਵੀ ਹੈ, ਕਿਉਂਕਿ ਉਹ ਕੈਂਸਰ ਵਰਗੀ ਨਾਮਰਾਦ ਬਿਮਾਰੀ ਜਿਹੜੀ ਆ ਬਹੁਤ ਵੱਡੀ ਆ ਜੀ। ਤੇ ਤੁਸੀਂ ਜੇ ਬੁਖਾਰ ਦੇ ਵਿੱਚ ਵੀ ਰੋ ਰਹੇ ਮੈਂ ਕੁਲਜਿੰਦਰ ਜੀ ਕੈਂਸਰ ਨੂੰ ਜ਼ਿਆਦਾ ਵੱਡੀ ਬਿਮਾਰੀ ਨਹੀਂ ਕਹੂੰਗੀ ਕਿਉਂਕਿ ਜਿਹੜੀ ਨਸ਼ੇ ਦੀ ਬਿਮਾਰੀ ਹੈ ਨਾ ਇਹ ਜ਼ਿਆਦੀ ਉਹਦੇ ਤੋਂ, ਕਿਉਂਕਿ ਕੈਂਸਰ ਵਾਲੇ ਬੰਦੇ ਦੀ ਹੈ ਨਾ ਦਵਾਈ ਹੈਗੀ ਥੋੜੀ ਰੋਕ ਦੇ ਲਈ ਤੇ ਉਹਨੂੰ ਪਤਾ ਹੈ ਕਿ ਮੇਰੀ ਮੌਤ ਇੱਥੇ ਆ ਜਾਣੀ ਜੀ। ਨਸ਼ੇ ਵਾਲੇ ਇਨਸਾਨ ਦੀ ਮੌਤ ਦਾ ਨਹੀਂ ਪਤਾ, ਸਾਨੂੰ ਇਹ ਨਹੀਂ ਪਤਾ ਕਿ ਅਗਲੀ ਪੌੜੀ ਦੇ ਘੜੀ ਦੇ ਵਿੱਚ ਇਹ ਜਿਹੜਾ ਨਸ਼ਾ ਕਰਦਾ ਇਨਸਾਨ ਇਹਨੇ ਸਾਨੂੰ ਜਿਉਂਦਾ ਰਹਿਣ ਦੇਣਾ ਤੇ ਨਹੀਂ ਰਹਿਣ ਦੇਣਾ। ਇਹ ਨਹੀਂ ਪਤਾ ਵੀ ਸਾਨੂੰ ਗੱਡੀ ਜਾਂਦੇ ਆ ਧੱਕਾ ਦੇ ਵਿੱਚ ਥੱਲੇ ਵੀ ਮਰ ਜਾਓ, ਸਾਨੂੰ ਇਹ ਨਹੀਂ ਪਤਾ ਵੀ ਅਗਲੀ ਘੜੀ ਦੇ ਵਿੱਚ ਇਹਨੇ ਸਾਡਾ ਗਲ ਘੁੱਟ ਦੇਣਾ। ਜਿਹੜਾ ਕੈਂਸਰ ਵਾਲਾ ਮਰੀਜ਼ ਆ ਉਹ ਆਪਣੀ ਬਿਮਾਰੀ ਨਾਲ ਖੁਦ ਕੱਲਾ ਲੜ ਰਿਹਾ ਹੁੰਦਾ, ਪਰਿਵਾਰ ਹਨਾ ਮਤਲਬ ਸਹਾਨੂਭੂਤੀ ਦੇ ਰਿਹਾ ਹੁੰਦਾ ਵੀ ਹਾਂ ਵੀ ਇਹਨੂੰ ਕਿਵੇਂ ਬਚਾਇਆ ਜਾਵੇ। ਪਰ ਨਸ਼ੇ ਵਾਲੇ ਤੋਂ ਪੂਰਾ ਪਰਿਵਾਰ ਵੀ ਡਰਦਾ ਵੀ ਪਤਾ ਨਹੀਂ ਮੇਰੀ ਮੌਤ ਕਿੱਥੇ ਹੋਣੀ ਹੈ ਹਨਾ। ਤਾਂ ਨਸ਼ੇ ਵਾਲਾ ਇਨਸਾਨ ਉਹ ਨਸ਼ਾ ਕਰਕੇ ਉਹ ਤੇ ਆਪ ਸੁਰਖਰੂ ਹੁੰਦਾ ਸਾਰੀਆਂ ਟੈਨਸ਼ਨਾਂ ਤੋਂ, ਪਰ ਪੂਰਾ ਪਰਿਵਾਰ ਜਿਹੜਾ ਉਹਦੇ ਨਾਲ ਵਿਚਰਦਾ ਨਾ ਉਹ ਪਲ ਪਲ ਤਿਲ ਤਿਲ ਕਰਕੇ ਮਰਦਾ ਆ ਜੀ। ਤਾਂ ਕਿਉਂਕਿ ਜਦੋਂ ਹੱਡ ਬੀਤੀਆਂ ਕਿਸੇ ਦੀਆਂ ਸੁਣੀ ਦੀਆਂ ਨਾ ਤਾਂ ਕੁਝ ਮਾਪੇ ਇਹੋ ਜਿਹੇ ਵੀ ਨਸ਼ਾ ਛਡਾਊ ਕੇਂਦਰ ਦੇ ਵਿੱਚ ਉਹਨਾਂ ਨੂੰ ਛੱਡ ਕੇ ਆਉਂਦੇ ਆ, ਉਹ ਨਸ਼ਾ ਛੱਡ ਵੀ ਦਿੰਦੇ ਆ, ਫਿਰ ਉਸੇ ਸੰਗਤ ਵਿੱਚ ਆ ਕੇ ਉਸੇ ਦੇ ਵਿੱਚ ਫਸ ਜਾਂਦੇ ਆ ਤੇ ਮਾਪੇ ਇੰਨੇ ਦੁਖੀ ਹੁੰਦੇ। ਕੁਲਜਿੰਦਰ ਜੀ ਤੁਸੀਂ ਸੱਚ ਨਾ ਮੰਨਿਓ, ਉਹ ਨਸ਼ੇ ਤੋਂ ਦੂਰ ਕਰਨ ਦੇ ਲਈ ਉਹਨਾਂ ਨੂੰ ਬਾਹਰ ਭੇਜਦੇ ਆ ਜੀ ਤੇ ਉਹ ਬਾਹਰ ਜਾ ਕੇ ਰਾਬਤਾ ਹੀ ਕੱਟ ਦਿੰਦਾ ਆਪਣੇ ਮਾਪਿਆਂ ਦੇ ਨਾਲੋਂ ਕਿ ਮੈਂ ਨਹੀਂ ਬੋਲ। ਉਹ ਮਾਪਿਆਂ ਨੂੰ ਪਤਾ ਨਹੀਂ ਉਹ ਜਿਉਂਦਾ ਜਾਂ ਨਹੀਂ ਜਿਉਂਦਿਆ ਹਨਾ, ਕਿਉਂਕਿ ਜਦ ਕਿ ਉਹਨੂੰ ਸੁੱਖ ਸੁਨੇਹਾ ਨਹੀਂ ਕਿੱਥੇ ਹੈਗਾ ਕਿੱਥੇ ਨਹੀਂ, ਉਹ ਵੀ ਇੱਧਰ ਤਿਲ ਤਿਲ ਕਰਕੇ ਮਰ ਰਿਹਾ। ਬਾਕੀ ਅਮਨ ਜੀ ਅਸੀਂ ਸੋਚ ਲੈਂਦੇ ਆ ਕਿ ਜੇ ਬੱਚੇ ਨੂੰ ਜਾਂ ਨੌਜਵਾਨ ਨੂੰ ਕਿਸੇ ਨੂੰ ਬਾਹਰਲੀ ਮੁਲਕ ਦੇ ਵਿੱਚ ਭੇਜ ਦਿੱਤਾ ਤੇ ਉੱਥੇ ਨਸ਼ਾ ਨਹੀਂ ਮਿਲਦਾ, ਉੱਥੇ ਉਹ ਕੰਮਕਾਰ ਦੇ ਵਿੱਚ ਰੁੱਝ ਜਾਊਗਾ ਤੇ ਨਸ਼ੇ ਤੋਂ ਮੁਕਤ ਹੋ ਜਾਊਗਾ। ਪਰ ਇਹ ਗੱਲ ਸਾਨੂੰ ਯਾਦ ਰੱਖਣੀ ਚਾਹੀਦੀ ਆ ਕਿ ਬਾਹਰਲੇ ਮੁਲਕਾਂ 'ਚ ਸਾਨੂੰ ਇੱਥੇ ਨਾਲੋਂ ਵੀ ਜ਼ਿਆਦਾ ਨਸ਼ਾ ਮਿਲਦਾ ਆ, ਕਿਉਂਕਿ ਮੈਂ ਇਹਨੂੰ ਨਾ ਉੱਥੇ ਜਿਹੜਾ ਪੂਰਾ ਹਾਂ ਪੱਖੀ ਜਵਾਬ ਨਹੀਂ ਦਊਂਗੀ ਜੀ, ਕਿਉਂਕਿ ਜਿਹੜਾ ਇਨਸਾਨ ਨਸ਼ੇ ਦੀ ਦਲਦਲ ਦੇ ਵਿੱਚ ਧਸ ਚੁੱਕਿਆ ਨਾ ਜੀ, ਉਹ ਕੰਮ ਇੱਥੇ ਵੀ ਬਹੁਤ ਆ ਕੁਲਜਿੰਦਰ ਜੀ ਆਪਣੇ ਕੋਲ ਕਰਨ ਵਾਲੇ ਹਨਾ। ਬਿਲਕੁਲ ਜੀ। ਤਾਂ ਬਹੁਤ ਸਾਰੇ ਨੌਜਵਾਨ ਇਦਾਂ ਦੇ ਦੇਖੇ ਜਿਹੜੇ ਛੋਟੇ ਜਿਹੇ ਕੰਮ ਤੋਂ ਲੈ ਕੇ ਅੱਜ ਵੱਡੀਆਂ ਦੁਕਾਨਾਂ ਪਾਈਆਂ ਹੋਈਆਂ ਹਨਾ, ਤੇ ਥੋੜਾ ਪਹਿਲਾਂ ਟਿਊਸ਼ਨ ਕਰਾਉਂਦੇ ਨੇ, ਫਿਰ ਸਕੂਲ ਦੇ ਵਿੱਚ ਫ੍ਰੀ ਪੜਾਉਂਦੇ ਨੇ, ਫਿਰ ਬਾਅਦ ਵਿੱਚ ਹੌਲੀ ਹੌਲੀ ਜੇ ਮਤਲਬ ਲਗਨ ਆ ਹਨਾ ਜੀ। ਬਾਕੀ ਜਦੋਂ ਸੰਗਤ ਮਾੜੀ ਮਿਲ ਜਾਂਦੀ ਹੈ ਤੇ ਉਹ ਬੱਚਾ ਕੁਰਾਹੇ ਪੈ ਜਾਂਦਾ ਆ ਜੀ, ਤਾਂ ਉਹਦਾ ਆਪਣਾ ਵੀ ਬਸ ਨਹੀਂ ਹੁੰਦਾ। ਤੇ ਪਰ ਜੇ ਉਸ ਸੰਗਤ ਦੇ ਨਾਲ ਉਹ ਖੁਦ ਟੁੱਟਣਾ ਚਾਹਵੇ ਤਾਂ ਫੇਰ ਟੁੱਟ ਸਕਦਾ ਆ। ਅਮਨ ਜੀ ਗੱਲ ਜੇ ਸਵਾਦ ਵਿੱਚ ਪੈ ਗਿਆ ਤਾਂ ਫੇਰ ਉਹ ਇਸ ਦਲਦਲ ਦੇ ਵਿੱਚੋਂ ਨਹੀਂ ਨਿਕਲ ਸਕਦਾ। ਅਮਨ ਜੀ ਗੱਲ ਸਿਰਫ ਉੱਥੇ ਆਣ ਕੇ ਖੜੀ ਹੋ ਜਾਂਦੀ ਕਿ ਨਸ਼ਾ ਛਡਾਊ ਕੇਂਦਰ 'ਚ ਤੁਸੀਂ ਨਸ਼ਾ ਕਿਸੇ ਕੀਮਤ ਤੇ ਛੱਡ ਨਹੀਂ ਸਕਦੇ ਜਿੰਨਾ ਚਿਰ ਤੁਹਾਡਾ ਮਨ ਨਹੀਂ ਨਸ਼ਾ ਛੱਡਣਾ। ਜੀ ਤੇ ਮਨ ਬਣਾਉਣਾ ਪੈਂਦਾ, ਮਨ ਨੂੰ ਪੱਕਾ ਕਰਨਾ ਪੈਂਦਾ ਆ ਕਿ ਨਸ਼ਾ ਛੱਡਣਾ ਆ, ਤੇ ਛੱਡਣਾ ਬਹੁਤ ਔਖਾ ਆ। ਨਸ਼ਾ ਕੋਈ ਵੀ ਆ ਕੁਲਜਿੰਦਰ ਜੀ, ਚਾਹ ਵਾਲਾ ਕੋਈ ਸ਼ੱਕ ਨਹੀਂ ਹੈ, ਬਹੁਤ ਔਖਾ ਛੱਡਣਾ। ਪਰ ਜੇ ਇਨਸਾਨ ਚਾਹੇ ਤਾਂ ਕੁਝ ਵੀ ਇੰਪੋਸੀਬਲ ਨਹੀਂ ਹੈਗਾ, ਤਾਂ ਹੀ ਤਾਂ ਪੋਸੀਬਲ ਦੇ ਅੱਗੇ ਇਮ ਲਾਈ ਹੋਈ ਹੁੰਦੀ ਆ ਕਿ ਕੁਝ ਵੀ ਨਾਮੁਮਕਿਨ ਨਹੀਂ ਹੁੰਦਾ, ਤਾਂ ਹੀ ਤਾਂ ਮੁਮਕਿਨ ਦੇ ਮੂਹਰੇ ਨਾ ਲਾ ਦਿੰਦੇ ਆ। ਕੁਲਜਿੰਦਰ ਜੀ ਇੱਕ ਚੀਜ਼ ਹੈ ਨਾ, ਜਿੱਦਾਂ ਮਤਲਬ ਆਪਾਂ ਨਸ਼ੇ ਦੀ ਹੀ ਗੱਲ ਕਰਦੇ ਆ ਜੀ, ਕਿਸੇ ਨੇ ਝੂਠ ਬੋਲਣਾ
ਛੱਡਣਾ ਹੋਵੇ ਉਹਦੇ ਲਈ ਵੀ ਉਹਨੂੰ ਦ੍ਰਿੜ ਕਰਨਾ ਪਊਗਾ, ਉਹਨੂੰ ਝੂਠ ਬੋਲਣਾ ਸੰਕਲਪ ਛੱਡਣਾ ਲੈਣਾ ਪੈਂਦਾ ਆ। ਤਾਂ ਕਿਸੇ ਬੱਚੇ ਨੇ ਸਟੱਡੀ ਕਰਨੀ ਆ, ਜੇ ਉਹਨੇ ਮਤਲਬ ਕਿਸੇ ਨਵੇਂ ਮੰਜ਼ਿਲ ਤੇ ਜਾਣਾ ਹੈ, ਨਵੀਂ ਪ੍ਰਾਪਤੀਆਂ ਕਰਨੀ ਹੈ, ਤਾਂ ਉਹਨੂੰ ਲਗਾਤਾਰ ਮਿਹਨਤ ਕਰਨੀ ਪਊਗੀ, ਹੈ ਨਾ, ਆਲਸ ਛੱਡਣੀ ਪਊਗੀ। ਬਿਲਕੁਲ ਅਮਨ ਜੀ, ਮਨ ਨਹੀਂ ਮੰਨਦਾ ਹੁੰਦਾ, ਮਨ ਨੂੰ ਮਨਾਉਣਾ ਪੈਂਦਾ, ਤੇ ਜਿਹਨੇ ਮਨ ਨੂੰ ਮਨਾ ਲਿਆ, ਮਨ ਨੂੰ ਜਿੱਤ ਲਿਆ, ਉਹਨੇ ਤਾਂ ਜੱਗ ਹੀ ਜਿੱਤ ਲਿਆ। ਕੁਲਜਿੰਦਰ ਜੀ, ਇਹ ਵੀ ਮੈਂ ਭੈਣ ਭਰਾ ਦੇਖੇ ਆ ਕਿ ਜਿਹੜੇ ਹਨਾ ਪਰਿਵਾਰ ਦੀ ਹਾਲਤ ਕੁਝ ਅਜਿਹੀ ਹੁੰਦੀ ਹੈ ਕਿ ਉਹ ਗਾਂਹ ਜਾਣ ਬਾਰੇ ਸੋਚ ਨਹੀਂ ਸਕਦੇ, ਪਰ ਕਿਸੇ ਦਾ ਐਸਾ ਹੱਥ ਹੈ, ਐਸਾ ਆਸਰਾ ਉਹਨੂੰ ਮਿਲਦਾ ਆ। ਬਿਲਕੁਲ ਜੀ। ਤੇ ਉਹ ਮਿਹਨਤੀ ਹੁੰਦਾ ਆ, ਕਿਉਂਕਿ ਜਿਹੜਾ ਹੀਰਾ ਹੈ ਉਹਨੂੰ ਤਰਾਸ਼ਣ ਦੀ ਲੋੜ ਹੁੰਦੀ ਹੈ ਨਾ, ਸੋਨਾ ਉਹਨੂੰ ਪਰਖਣ ਦੀ ਲੋੜ ਹੁੰਦੀ ਹੈ। ਜਿਹੜੇ ਪਰਖ ਲੈਂਦੇ ਨੇ ਤਾਂ ਉਹਨੂੰ ਚੰਗੇ ਰਾਹ ਤੇ ਲੈ ਕੇ ਚਲੇ ਜਾਂਦੇ ਆ। ਜਦੋਂ ਚੰਗੇ ਰਾਹ ਤੇ ਉਹ ਜਾਂਦਾ ਆ ਤੇ ਕੁਦਰਤੀ ਆ ਕਿ ਉਹ ਇਨਸਾਨ ਹੀਰਾ ਬਣ ਜਾਂਦਾ ਹੈ। ਬਿਲਕੁਲ, ਕਿਉਂਕਿ ਸਾਡੀ ਪਰ ਅੱਜ ਪੰਜਾਬੀਆਂ ਦੀ ਆਦਤ ਆ, ਜੇ ਕੋਈ ਕੰਮ ਚੰਗਾ ਕਰਦਾ ਨਾ, ਉਹਦੀਆਂ ਲੱਤਾਂ ਕਿਵੇਂ ਖਿੱਚਣੀਆਂ, ਬਸ ਇਸ ਬੰਦੀ ਤੇ ਬਣਿਆ। ਚਾਹੇ ਕੋਈ ਜਿੰਨੀਆਂ ਮਰਜ਼ੀ ਲੱਤਾਂ ਖਿੱਚੀ ਜਾਵੇ, ਜੇਕਰ ਤੁਸੀਂ ਅੱਗੇ ਵਧਣਾ ਚਾਹੁੰਦੇ ਤਾਂ ਅੱਗੇ ਵੱਧ ਕੇ ਦਿਖਾਓ। ਕਿਉਂਕਿ ਜਿਹੜਾ ਹੀਰਾ ਆ ਨਾ, ਉਹ ਵੀ ਕੋਲੇ ਚੋਂ ਬਣਦਾ, ਤੇ ਕੋਲਾ ਜਦੋਂ ਤਪਦਾ ਆ ਕਈ ਸਦੀਆਂ, ਤੇ ਫੇਰ ਜਾ ਕੇ ਹੀਰਾ ਨਿਕਲਦਾ। ਤਰਾਸ਼ ਹੁੰਦਾ ਆ ਹੀਰਾ, ਕੋਲੇ ਦੀ ਦਲਦਲ ਦੇ ਵਿੱਚੋਂ ਹੀਰਾ ਨਿਕਲਦਾ। ਇਹ ਗੱਲ ਹਮੇਸ਼ਾ ਯਾਦ ਰੱਖੋ। ਜੀ 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 ਜੀ। ਤੇ ਜੇ ਇਹ ਗੱਲ ਨੂੰ ਯਾਦ ਰੱਖ ਕੇ ਤੇ ਅੱਗੇ ਦੀ ਅੱਗੇ ਵਧੇਗੇ, ਤਾਂ ਫਿਰ ਤੁਹਾਨੂੰ ਉਸ ਸਫਲਤਾ ਨੂੰ ਪ੍ਰਾਪਤ ਕਰਨ ਤੋਂ ਕੋਈ ਨਹੀਂ ਰੋਕ ਸਕਦਾ, ਜਿੱਥੇ ਤੁਸੀਂ ਪਹੁੰਚਣਾ ਚਾਹੁੰਦੇ ਹੋ। ਜੀ ਜੀ ਜੀ, ਬਿਲਕੁਲ ਜੀ, ਬਿਲਕੁਲ। ਕੁਲਜਿੰਦਰ ਜੀ, ਇੱਥੇ ਆਪਾਂ ਗੱਲਾਂ ਕਰ ਰਹੇ, ਨਾਲ ਦੀ ਨਾਲ ਕੁਝ ਸੁਣਾ ਵੀ ਦਈਏ ਸਰੋਤਿਆਂ ਨੂੰ। ਅਮਨ ਜੀ, ਆਪਣਾ ਟਾਈਮ ਵੀ ਜਿਹੜਾ ਤਕਰੀਬਨ ਹੋ ਹੀ ਚੁੱਕਾ ਹੈਗਾ ਆ ਜੀ, ਤੇ ਸਮਾਂ ਜਿਹੜਾ ਵਾ ਉਹ ਇਜਾਜ਼ਤ ਲੈਣਾ ਬੜੀ ਛੇਤੀ ਭੱਜ ਜਾਂਦਾ ਸਮਾਂ। ਅਸਲ 'ਚ ਕਈ ਵਿਸ਼ੇ ਇਹੋ ਜਿਹੇ ਹੁੰਦੇ ਹੈਗੇ ਆ ਜਿਹੜੇ ਬਹੁਤ ਜਲਦੀ ਸਾਨੂੰ ਲੱਗਦਾ ਹੈ ਕਿ ਕੁਲਜਿੰਦਰ ਜਿਹੜਾ ਬਹੁਤ ਜਲਦੀ ਹੋ ਜਾਂਦਾ ਹੈ। ਇੱਕ ਚੀਜ਼ ਹੋਰ ਹੈ ਇਹਦੇ ਵਿੱਚ ਜੀ, ਉਹਨੇ ਬਚਪਨ ਤੋਂ ਹੀ ਇੱਕ ਜੀ ਭੇਦ ਆ, ਹਨਾ, ਜਾਂ ਇੱਕ ਭੇਡ ਚਾਲ ਮੈਂ ਕਹਾਂ, ਹਨਾ ਜੀ, ਕਿ ਮੁੰਡਾ ਕੋਈ ਕੰਮ ਕਰੇ ਤਾਂ ਉਹਨੂੰ ਹੱਲਾਸ਼ੇਰੀ ਮਿਲਦੀ ਹੈ। ਮੈਂ ਸਾਰੇ ਪਰਿਵਾਰਾਂ 'ਚ ਨਹੀਂ ਕਹਿੰਦੀ, ਸਾਡੇ ਪਰਿਵਾਰ 'ਚ ਨਹੀਂ ਇਦਾਂ ਦਾ, ਹਨਾ। ਬਿਲਕੁਲ ਨਹੀਂ ਅਮਨ ਜੀ, ਜਿੱਦਾਂ ਹੱਥ ਦੀਆਂ 5 ਉਂਗਲਾਂ ਬਰਾਬਰ ਨਹੀਂ ਨਾ ਹੁੰਦੀਆਂ, ਇਦਾਂ ਸਾਰੇ ਪਰਿਵਾਰ ਵੀ ਬਰਾਬਰ ਨਹੀਂ ਹੁੰਦੇ। ਕਈ ਪਰਿਵਾਰ ਆ ਜਿਹੜੇ ਕਿ ਧੀਆਂ ਪੁੱਤਾਂ 'ਚ ਕੋਈ ਫਰਕ ਨਹੀਂ ਸਮਝਦੇ, ਨੌਂ ਤੇ ਧੀ ਦੇ ਵਿੱਚ ਕੋਈ ਫਰਕ ਨਹੀਂ ਸਮਝਦੇ। ਜੀ ਜੀ ਜੀ। ਪਰ ਕਈ ਪਰਿਵਾਰ ਆ ਜਿਹੜੇ ਉਹ ਬਹੁਤ ਜ਼ਿਆਦਾ ਫਰਕ ਸਮਝਦੇ, ਉਹ ਧੀ ਨੌਂ ਨੂੰ ਬਗਾਨੇ ਘਰੋਂ ਆਈ ਸਮਝਦੇ ਤੇ ਧੀ ਨੂੰ ਆਪਣੀ ਸਮਝਦੇ ਆ। ਜੀ, ਤੇ ਜਦੋਂ ਉੱਥੇ ਨਾ ਮਤਭੇਦ ਹੁੰਦਾ ਉਹਦੇ ਖਾਣ ਨੂੰ ਲੈ ਕੇ, ਉਹਦੇ ਪਹਿਰਾਵੇ ਨੂੰ ਲੈ ਕੇ, ਕਿਤੇ ਨਾ ਕਿਤੇ ਇਹ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ ਆ। ਤਾਂ ਕਈਆਂ ਪਰਿਵਾਰਾਂ ਦੇ ਵਿੱਚ ਧੀਆਂ ਦੀ ਇੰਨੀ ਸਪੋਰਟ ਕੀਤੀ ਜਾਂਦੀ ਕਿ ਤੁਸੀਂ ਜੋ ਕਰਨਾ ਕਰੋ, ਹਨਾ, ਤੁਹਾਨੂੰ ਖੁੱਲੀ ਛੁੱਟੀ ਹੈ, ਤੇ ਉਹ ਧੀਆਂ ਚੰਗਾ ਵੀ ਕਰਕੇ ਦਿਖਾਉਂਦੀਆਂ ਨੇ। ਤਾਂ ਇਹ ਹੁਣ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਹੜੇ ਰਾਹ ਨੂੰ ਚੁਣਨਾ ਹੈ, ਕਿਉਂਕਿ ਮਾਪਿਆਂ ਦੇ ਲਈ ਬੱਚਾ ਚਾਹੇ ਧੀ ਹੈ ਚਾਹੇ ਪੁੱਤ ਆ, ਉਹਨਾਂ ਲਈ ਦੋਨੋਂ ਇੱਕੋ ਜਿਹੇ ਆ। ਕਿਉਂਕਿ ਜਿੰਨਾ ਮਤਲਬ ਕਠਨ ਸਮਾਂ ਪੁੱਤ ਲਈ ਹੁੰਦਾ ਹੈ, ਉਹਨਾਂ ਹੀ ਧੀ ਲਈ ਹੁੰਦਾ ਹੈ, ਨਾ। ਮਾਪੇ ਲਈ ਦੋਨੋਂ ਇੱਕੋ ਜਿਹੇ ਹੁੰਦੇ। ਪਾਲਣ ਪੋਸ਼ਣ ਲਈ ਨਾ ਕੁੜੀ ਨੇ ਜ਼ਿਆਦਾ ਖਾਣਾ ਹੈ ਤੇ ਨਾ ਮੁੰਡੇ ਨੇ ਜ਼ਿਆਦਾ ਖਾਣਾ, ਉਹਨਾਂ ਨੇ ਇੱਕੋ ਜਿਹਾ ਹੀ ਆ। ਜਿੱਦਾਂ ਤੁਸੀਂ ਦੇਈ ਜਾਓਗੇ ਉਹਨਾਂ ਨੇ ਉਦਾਂ ਦਾ ਹੀ ਖਾਈ ਜਾਣਾ। ਤੇ ਉਹਦੇ ਤੇ ਆਪਣੇ ਤੇ ਨਹੀਂ ਹੁੰਦਾ ਕਿ ਮੈਂ ਇਹੀ ਚੀਜ਼ ਖਾਣੀ, ਇਹਨੂੰ ਨਹੀਂ ਦੇਣੀ, ਹੈ ਨਾ। ਉਹ ਜਿੱਦਾਂ ਦਾ ਤੁਸੀਂ ਬੋਲੀ ਜਾਓਗੇ, ਬੱਚਾ ਉਹੋ ਜਿਹਾ ਹੀ ਬਣੀ ਜਾਂਦਾ ਹੈ। ਤਾਂ ਫਿਰ ਬਾਅਦ ਵਿੱਚ ਜਦੋਂ ਕਈ ਘਰਾਂ ਦੇ ਵਿੱਚ ਮੁੰਡੇ ਨੂੰ ਤਰਜੀਹ ਦਿੱਤੀ ਜਾਂਦੀ, ਕੁੜੀ ਨੂੰ ਕਹਿੰਦੀ ਆਹ ਨਹੀਂ ਕਰਨਾ, ਤੂੰ ਇਦਾਂ ਨਹੀਂ ਜਾਣਾ, ਇਦਾਂ ਨਹੀਂ ਕਰਨਾ, ਨਾ, ਉੱਥੇ ਫਿਰ ਉਹ ਮੁੰਡੇ ਦੀ ਬਿਰਤੀ ਇਦਾਂ ਦੀ ਬਣ ਜਾਂਦੀ। ਜੇ ਨੌ ਉਸ ਘਰ ਦੇ ਵਿੱਚ ਆਉਂਦੀ ਹੈ ਨਾ, ਤਾਂ ਉਹਦਾ ਉਹੀ ਚਾਲ ਚੱਲਣ ਰਹਿੰਦਾ ਹੈ ਕਿ ਉਹਦੇ ਦਿਮਾਗ 'ਚ ਛਵੀ ਬਣ ਜਾਂਦੀ ਕਿ ਔਰਤ ਨੂੰ ਕੁੜੀ ਨੂੰ ਦਬਾ ਕੇ ਹੀ ਰੱਖਣਾ ਹੈ, ਨਾ। ਤੇ ਜਦੋਂ ਇਦਾਂ ਹੀ ਧਾਰਨਾ ਬਣ ਜਾਂਦੀ, ਤੇ ਫਿਰ ਉਹ ਪਰਿਵਾਰ ਕਦੇ ਵੀ ਸੁਖੀ ਨਹੀਂ ਵੱਸ ਸਕਦੇ। ਬਿਲਕੁਲ ਅਮਨ ਜੀ, ਕਿਉਂਕਿ ਇਹ ਸੰਸਕਾਰ ਸਾਡੇ ਹੀ ਦਿੱਤੇ ਗਏ ਹੁੰਦੇ ਆ, ਕਿਉਂਕਿ ਕੋਈ ਵੀ ਬਚਪਨ ਤੋਂ ਇਹੋ ਜਿਹਾ ਨਹੀਂ ਹੁੰਦਾ। ਅਸੀਂ ਜਿਹੋ ਜਿਹੇ ਸੰਸਕਾਰ ਆਪਣੇ ਪੁੱਤਰ ਨੂੰ ਦਿੰਨੇ ਆ, ਉਹੋ ਜਿਹਾ ਉਹ ਬਣ ਜਾਂਦਾ ਹੈ, ਤੇ ਜਿਹੋ ਜਿਹੇ ਸੰਸਕਾਰ ਧੀ ਨੂੰ ਦਿੰਨੇ ਆ, ਉਹੋ ਜਿਹੀ ਉਹ ਬਣ ਜਾਂਦੀ ਆ। ਕਹਿੰਦੇ ਨੇ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਨੂੰਹ ਹਨਾ ਜੀ ਵਧੀਆ ਹੋਵੇ ਜੀ, ਤੇ ਆਪਣੇ ਪੁੱਤ ਨੂੰ ਵੀ ਉਦਾਂ ਦੇ ਦਿਓ, ਕਿਉਂਕਿ ਜਿੱਦਾਂ ਦੀ ਖੂਹ ਦੇ ਵਿੱਚ ਆਵਾਜ਼ ਮਾਰਦੇ ਹੁੰਦੇ ਨਾ, ਜਾਂ ਮਤਲਬ ਖਾਲੀ ਗਲਾਸ 'ਚ ਆਵਾਜ਼ ਮਾਰੋਗੇ ਉਦਾਂ ਨਹੀਂ ਨਿਕਲੂਗੀ, ਜਿੱਦਾਂ ਦਾ ਤੁਸੀਂ। ਕਿਉਂਕਿ ਉਹ ਤਾਂ ਉਸ ਪਰਿਵਾਰ ਦੇ ਵਿੱਚ ਢਾਲਣ ਦੀ ਕੋਸ਼ਿਸ਼ ਕਰਦੀ ਹੈ, 90% ਆਪਣੇ ਆਪ ਨੂੰ ਚੇਂਜ ਕਰਦੀ, ਖੁਆਇਸ਼ਾਂ ਮਾਰਦੀ ਹੈ, ਰੈਸਟ ਨਹੀਂ ਕਰਦੀ, ਕਿਉਂਕਿ ਉਹ 24 ਘੰਟੇ ਵਾਲੀ ਫ੍ਰੀ ਨੌਕਰ ਕਹਿ ਲੋ, ਹਨਾ, ਜਾਂ ਨੌਕਰ ਵੀ ਸ਼ਬਦ ਨਹੀਂ ਵਰਤ ਸਕਦੇ, ਫ੍ਰੀ 24 ਘੰਟੇ ਫ੍ਰੀ ਸਰਵਿਸ ਦੇਣ ਵਾਲਾ ਇੱਕ ਐਸਾ ਮੈਂਬਰ ਹੈ ਜਿਹਨੂੰ ਕਦੇ ਤਕਲੀਫ ਨਹੀਂ ਹੁੰਦੀ, ਦੇਖੋ ਜੀ, ਜਿਹਨੂੰ ਕਦੇ ਕੋਈ ਖੁਸ਼ੀ ਦਾ ਹਨਾ ਹੁੰਦਾ ਨਹੀਂ, ਜਿਹਨੂੰ ਕਦੇ ਪਹਿਰਾਵੇ ਦਾ ਨਹੀਂ ਹੁੰਦਾ, ਜਿਹਨੂੰ ਕਦੇ ਮਤਲਬ ਆਰਾਮ ਦਾ ਨਹੀਂ ਹੁੰਦਾ। ਤਾਂ ਫਿਰ ਇਹਨਾਂ ਨੂੰ ਇਹ ਚੀਜ਼ਾਂ ਦੇਖ ਦੇਖ ਕੇ ਨਾ, ਜਿਹੜੀਆਂ ਅੱਜ ਕੱਲ ਦੀਆਂ ਕੁੜੀਆਂ, ਉਹਨਾਂ ਨੇ ਆਪਣੇ ਆਪ ਨੂੰ ਚੇਂਜ ਕਰ ਲਿਆ ਵੀ ਹੁਣ ਤਾਂ 50-50 ਕਰਾਂਗੇ ਵੀ, ਜੇ ਤੁਹਾਨੂੰ ਤਕਲੀਫ ਹੁੰਦੀ ਹੈ ਤੇ ਜੇ ਤੁਸੀਂ ਸਾਡਾ ਸਹਿਯੋਗ ਕਰਦੇ ਆ ਤਾਂ ਅਸੀਂ ਵੀ ਕਰਾਂਗੇ, ਤੇ ਜੇ ਸਾਡੀ ਤਕਲੀਫ ਦੇ ਵਿੱਚ ਤੁਸੀਂ ਸਹਿਯੋਗ ਨਹੀਂ ਕਰਦੇ ਨਾ, ਤਾਂ ਤੁਸੀਂ ਬਿਮਾਰ ਹੋਵੋਗੇ ਤੇ ਮੈਂ ਵੀ ਸਹਿਯੋਗ ਨਹੀਂ ਕਰਨਾ। ਫਿਰ ਇਹ ਤਾਂ ਕਹਿੰਦੇ ਕਿ ਹੱਥ ਨੂੰ ਹੱਥ ਦੇ ਕੇ, ਅਮਨ ਜੀ, ਉਹ ਕਿਸੇ ਨੇ ਸੱਚ ਹੀ ਕਿਹਾ ਹੈਗਾ ਆ ਵੀ ਕਰਨੀ ਦਾ ਫਲ ਇੱਥੇ ਹੀ ਮਿਲ ਜਾਣਾ।
ਤੇ ਉਹ ਫਿਰ ਹੱਥ ਨੂੰ ਹੱਥ ਹੀ ਹੁੰਦਾ ਹੈਗਾ ਆ। ਜੀ ਜੀ ਜੋ ਕਰਾਂਗੇ ਸੋਈ ਅਸੀਂ ਭਰਾਂਗੇ। ਜੇ ਅਸੀਂ ਪਖੜਾ ਬੀਜਾਂਗੇ ਤੇ ਉੱਥੇ ਅਸੀਂ ਜੇ ਤੁਸੀਂ ਬਿਮਾਰ ਹੋ ਉਹ ਅੰਬਾਂ ਤਾਂ ਦੀ ਉਹ ਜਿਹੜੀ ਪੂਰੇ ਉਹ- ਦਿਨ ਰਾਤ ਇੱਕ ਹਾਂਜੀ। ਕਰ ਦੇਵੇ, ਜਦੋਂ ਉਹ ਬਿਮਾਰ ਹੋਵੇ ਤੁਸੀਂ ਕਹੋ ਤੂੰ ਨਾਟਕ ਕਰਦੀ ਹੈ, ਤੂੰ ਨਖਰੇ ਕਰਦੀ ਹੈ, ਤਾਂ ਫਿਰ ਕਿਵੇਂ ਦੀ ਉਹ ਤਾਲਮੇਲ ਕਿਵੇਂ ਤਾਲਮੇਲ ਬਣੂਗੀ? ਬਣ ਹੀ ਨਹੀਂ ਸਕਦਾ। ਮੰਜੀ ਗੱਲ ਇਹ ਹੁੰਦੀ ਵੀ ਪਖੜਾ ਬੀਜਾਂਗੇ ਤਾਂ ਫਿਰ ਕੰਡੇ ਹੀ ਖੁੱਬਣੇ ਹੈਗੇ ਆ। ਬਿਲਕੁਲ। ਤੇ ਜੇ ਉਹਦੀ ਥਾਂ ਤੇ ਕੋਈ ਫਸਲ ਲਾਈ ਹੋਊ, ਚਾਹੇ ਮੂੰਗਫਲੀ ਲਾ ਲਈਏ, ਤਾਂ ਫਿਰ ਉਹ ਮਿੱਠੀ ਜਿਹੜੀ ਮੂੰਗਫਲੀ ਉਹੀ ਨਿਕਲਣੀ ਆ ਤੇ ਸਵਾਦ ਵੀ ਉਹੋ ਜਿਹਾ ਹੀ ਆਉਣਾ। ਫਿਰ ਉਹ ਕੰਡੇ ਨਹੀਂ ਖੁੱਬਣੇ ਹੈਗੇ। ਸੋ ਸਾਡੇ ਤੇ ਹੀ ਆ ਕਿ ਅਸੀਂ ਕੰਡੇ ਬੀਜਣੇ ਆ ਕਿ ਅਸੀਂ ਫੁੱਲ ਬੀਜਣੇ ਹੈਗੇ ਆ ਜੀ। ਜੇ ਫੁੱਲ ਬੀਜ ਲਾਂਗੇ ਤੇ ਜ਼ਿੰਦਗੀ ਸੁਖੀ ਸੁਖੀ ਸਾਡੀ ਵੀ ਨਿਕਲ ਜੂ, ਤੇ ਸਾਡੇ ਨਾਲ ਜੁੜੇ ਹੋਏ ਸਾਰੇ ਰਿਸ਼ਤੇਦਾਰ, ਸਾਕ ਸੰਬੰਧੀ, ਸਪੈਸ਼ਲੀ ਉਹ ਰਿਸ਼ਤੇ ਜਿਹੜਾ ਇੱਕ ਪੁੱਤ ਦਾ ਰਿਸ਼ਤਾ, ਧੀ ਦਾ ਰਿਸ਼ਤਾ, ਨੌਂ ਦਾ ਰਿਸ਼ਤਾ, ਤੇ ਹੋਰ ਸਾਰੇ ਰਿਸ਼ਤੇ ਜਿੰਨੇ ਵੀ ਖਾਸ ਨਾਲ ਕਰਕੇ ਜੁੜੇ ਹੋਏ ਹੁੰਦੇ ਇਨਸਾਨੀਅਤ ਆ। ਆਪਣੇ ਅੰਦਰ ਜਿੰਦੀ ਰੱਖੋ, ਬਿਲਕੁਲ ਕਿਉਂਕਿ ਜੇ ਜੀ। ਇਨਸਾਨੀਅਤ ਆ ਤਾਂ ਤੁਸੀਂ ਕਿਸੇ ਦਾ ਦੁੱਖ ਮਹਿਸੂਸ ਕਰ ਸਕਦੇ ਹੋ। ਜੀ। ਜੇ ਇਨਸਾਨੀਅਤ ਨਹੀਂ ਗੀ ਨਾ ਤਾਂ ਫਿਰ ਤੁਸੀਂ ਕੁਝ ਨਹੀਂ ਮਹਿਸੂਸ ਕਰ ਸਕਦੇ। ਬਿਲਕੁਲ। ਤੇ ਅਮਨ ਜੀ ਇੱਕ ਗੱਲ ਹੋਰ, ਜੇਕਰ ਅਸੀਂ ਕਿਸੇ ਦਾ ਦੁੱਖ ਨਹੀਂ ਨਾ ਮਹਿਸੂਸ ਕਰਦੇ ਤਾਂ ਕੱਲ ਨੂੰ ਸਾਡਾ ਦੁੱਖ ਵੀ ਕਿਸੇ ਨੇ ਮਹਿਸੂਸ ਨਹੀਂ ਕਰਨਾ ਤੇ ਅਸੀਂ ਫਿਰ ਇਕੱਲੇ ਰਹਿ ਜਾਣਾ ਆ। ਉਸ ਵੇਲੇ ਉਹ ਸਾਨੂੰ ਤਾਂ ਫਿਰ ਪੁੱਛਣ ਸ਼ੀਸ਼ਾ ਵਾਲਾ ਹੀ ਵੀ ਆ ਕੋਈ ਨਾ, ਨਹੀਂ ਹੋਣਾ। ਜਿੱਦਾਂ ਦਾ ਤੁਸੀਂ ਸਾਹਮਣੇ ਦੇਖੋਗੇ ਫਿਰ ਤੁਹਾਨੂੰ ਉਦਾਂ ਦੀ ਸ਼ਕਲ ਵਿੱਚ ਦਿਖੂਗੀ ਨਾ, ਉਹ ਸ਼ੀਸ਼ਾ ਬਣ ਜਾਣਾ ਫਿਰ। ਉਹ ਸਾਡੀ ਸੋਚ ਆ, ਜਿਹੋ ਜੀ ਬਣਾ ਲਾਂਗੇ ਉਹੋ ਜਿਹਾ ਹੀ ਸਾਨੂੰ ਮਿਲ ਜਾਣਾ ਹੈਗਾ, ਉਹੋ ਜਿਹਾ ਹੀ ਸਾਨੂੰ ਜਿਹੜਾ ਵੱਢਣ ਨੂੰ ਮਿਲਣਾ ਹੈਗਾ ਆ। ਜੀ। ਸੋ ਕਰਮ ਕਹਿੰਦੇ ਚੰਗਾ ਕਰਨਾ ਚਾਹੀਦਾ ਹੈਗਾ, ਫਲ ਦੇਣਾ ਨਹੀਂ ਦੇਣਾ ਉਸ ਪ੍ਰਮਾਤਮਾ ਦੀ ਕਿੱਕਰ ਵੇਚ ਕੇ ਬੇਰ ਨਹੀਂ ਭਾਲ ਸਕਦੇ ਨਾ ਅਸੀਂ, ਜੀ ਹੈ ਨਾ, ਬਿਲਕੁਲ ਨਹੀਂ। ਤੇ ਜੇ ਬੇਰ ਚਾਹੀਦੇ ਆ ਤੇ ਨਾਲ ਕੰਡੇ ਤਾਂ ਥੋੜੇ ਬਹੁਤੇ ਚੁੱਭਣੇ ਹੀ ਹੁੰਦੇ ਹੈਗੇ ਆ। ਨਹੀਂ ਇਹ ਆਪਾਂ ਰੁੱਖ ਦੀ ਗੱਲ ਕਰਦੇ ਕਿਉਂਕਿ ਨਾ ਕੰਡੇ ਦੋਨਾਂ ਨੂੰ ਹੁੰਦੇ ਆ, ਪਰ ਕਿੱਕਰਾਂ ਦੇ ਬੀਜਾਂ ਦੇ ਜੇ ਬੀਜ ਕੇ ਤਾਂ ਕਿੱਕਰ ਹੀ ਪੈਦਾ ਹੋਊਗੀ, ਫੁੱਲ ਹੋਣਗੇ ਪਰ ਫਲ ਨਹੀਂ ਫਲ ਹੋਊਗਾ, ਨਹੀਂ ਹਨਾ। ਲੱਗੂਗਾ। ਤੇ ਫਲ ਚਾਹੀਦਾ ਆ ਤੇ ਪਹਿਲਾਂ ਬੂਟਾ ਲਾਉਣਾ। ਹਾਂ, ਫਿਰ ਅੰਬ ਦਾ ਜਾਂ ਜਾਮਨ ਦਾ ਜਾਂ ਅਮਰੂਦ ਦਾ ਉਹ ਸਭ ਤੋਂ ਪਹਿਲੇ ਨੰਬਰ ਤੇ ਬੀਜ ਬੀਜਣਾ ਪੈਣਾ ਤੇ ਫਿਰ ਬੂਟਾ ਲਾਉਣਾ ਪੈਣਾ। ਤੇ ਫਿਰ ਉਹ ਬੂਟਾ ਜਿਹੜਾ ਹੌਲੀ ਹੌਲੀ ਜਦੋਂ ਵੱਡਾ ਹੁੰਦਾ ਹੈ ਤਾਂ ਫਿਰ ਉਹਦਾ ਜਿਹੜਾ ਫਲ ਹੁੰਦਾ ਉਹ ਬਹੁਤ ਮਿੱਠਾ ਹੁੰਦਾ। ਜੇ ਸਤਿਕਾਰ ਚਾਹੁੰਦੇ ਹੋ ਨਾ ਤਾਂ ਸਤਿਕਾਰ ਕਰਨਾ ਵੀ ਵੀ ਸਿੱਖੋ। ਪੈਣਾ। ਬਿਲਕੁਲ ਜੀ। ਜੇ ਚਾਹੁੰਦੇ ਹੋ ਕਿ ਤੁਹਾਨੂੰ ਕੋਈ ਰਿਸਪੈਕਟ ਦੇਵੇ ਤਾਂ ਰਿਸਪੈਕਟ ਦੇਣੀ ਪੈਣੀ ਪਹਿਲਾਂ, ਕਿਉਂਕਿ ਜੋ ਦਿਓਗੇ ਸੋ ਹੀ ਪਾਓਗੇ। ਬਿਲਕੁਲ ਜੀ, ਬਿਲਕੁਲ। ਸੋ ਹੁਣ ਆਪਾਂ ਕਿਉਂਕਿ ਬਚਪਨ ਤੋਂ ਸ਼ੁਰੂ ਹੋਇਆ ਵਾ ਤੇ ਆਪਾਂ ਇੱਕ ਗੀਤ, ਮੈਨੂੰ ਲੱਗਦਾ ਕਿ ਬਚਪਨ ਜਿਹੜਾ ਹੈ ਨਾ ਉਹ ਜ਼ਰੂਰੀ ਹੈ, ਹਨਾ। ਬਿਲਕੁਲ ਜੀ। ਬਚਪਨ ਦੇ ਵਿੱਚ ਖੇਡਾਂ ਵੀ ਜ਼ਰੂਰੀ ਹੈ ਤੇ ਬਚਪਨ ਦੇ ਵਿੱਚ ਉਹ ਗਲੀਆਂ ਵੀ ਜ਼ਰੂਰੀ ਹੈ। ਜੀ। ਤਾਂ ਮੈਨੂੰ ਲੱਗਦਾ ਕਿ ਅੱਜ ਬਚਪਨ ਦੀਆਂ ਗਲੀਆਂ ਗਾਇਬ ਹੋ ਗਈਆਂ। ਬਿਲਕੁਲ ਬਸ ਜੀ। ਘਰ ਤੋਂ ਬੱਸ, ਜੀ। ਬੱਸ ਤੋਂ ਸਕੂਲ, ਸਕੂਲ ਤੋਂ ਘਰ, ਘਰ ਤੋਂ ਟਿਊਸ਼ਨ, ਉਹ ਟਿਊਸ਼ਨ ਖੇਡਾਂ ਤੋਂ ਵੀ ਬੱਸ ਖਤਮ ਹੋ ਬੈਠ। ਗਈਆਂ ਤੇ ਉਹ ਮਤਲਬ ਗਲੀਆਂ ਜਿਹੜੀਆਂ ਗਲੀਆਂ ਉਹ ਵੀ ਖਤਮ ਹੋ ਗਈਆਂ, ਜਿਹਨਾਂ ਚ ਅਸੀਂ ਕਦੀ ਘੁੰਮਦੇ ਹੁੰਦੇ ਸੀ ਉਹ ਸਾਂਝਾਂ ਖਤਮ ਹੋ ਗਈਆਂ। ਅੱਜ ਗੁਆਂਢ ਦੇ ਵਿੱਚ ਹੀ ਕਿਹੜਾ ਬੱਚਾ ਰਹਿ ਰਿਹਾ ਉਹ ਸਾਡੇ ਬੱਚੇ ਨੂੰ ਨਹੀਂ ਪਤਾ ਹੁੰਦਾ, ਕਿਉਂਕਿ ਟਾਈਮ ਹੀ ਨਹੀਂ ਹੈਗਾ ਨਾ ਉਹਦੇ ਕੋਲ ਕਿਉਂਕਿ ਵਿਚਰਨ ਦਾ। ਅਸੀਂ ਉਹਨੂੰ ਇੰਨਾ ਬਿਜ਼ੀ ਕਰਤਾ ਬਚਪਨ 2.5 ਦੇ ਸਾਲ ਦੇ ਵਿੱਚ। ਨੂੰ ਬੱਚੇ ਨੂੰ ਅਸੀਂ ਸਕੂਲ ਭੇਜਦਾ, ਹਨਾ। ਬਿਲਕੁਲ ਅਮਨ ਜੀ, ਜਦੋਂ ਉਹਦਾ ਬੱਚੇ ਦਾ ਖੇਡਣ ਦਾ ਟਾਈਮ ਸੀ ਉਦੋਂ ਅਸੀਂ ਉਹਨੂੰ ਬਿਜ਼ੀ ਕਰਤਾ, ਤੇ ਜਦੋਂ ਉਹਦਾ ਕੰਮ ਕਰਨ ਦਾ ਟਾਈਮ ਸੀ ਉਦੋਂ ਅਸੀਂ ਉਹਨੂੰ ਵਿਹਲਾ ਕਰਤਾ। ਬਿਲਕੁਲ। ਇਸੇ ਕਰਕੇ ਇਹ ਜਿਹੜੀਆਂ ਇੰਨੀਆਂ ਨਾਮੁਰਾਦ ਬਿਮਾਰੀਆਂ ਆਪਾਂ ਕਹਿ ਲਈਏ, ਚਾਹੇ ਉਹ ਨਸ਼ਾ ਹੋਵੇ ਤੇ ਚਾਹੇ ਬੇਰੁਜ਼ਗਾਰੀ ਹੋਵੇ। ਇੱਕ ਹੋਰ ਉਹ ਕਿ ਇਸੇ ਕੱਦ ਕਰਕੇ ਕਾਠੀ ਵੀ ਤਾਂ ਹੀ ਨਹੀਂ ਵੱਧਦੀ ਕਿਉਂਕਿ ਉਹਨਾਂ ਦੇ ਵਜਨ ਦੇ ਤੋਂ ਜ਼ਿਆਦਾ ਵਜਨ ਤੇ ਕਿਤਾਬਾਂ ਦਾ ਹੁੰਦਾ। ਤੇ 2.5 ਸਾਲ ਦੀ ਉਮਰ ਦੇ ਵਿੱਚ ਹੀ ਅਸੀਂ ਉਹਨੂੰ ਕਿਤਾਬਾਂ ਫੜਾਉਣੀਆਂ ਸ਼ੁਰੂ ਕਰ ਦਿੰਦੇ, ਉਹਦੇ ਖੇਡਣ ਦੀ ਉਮਰ ਗਈ ਕਿੱਥੇ। ਬਿਲਕੁਲ ਬਿਲਕੁਲ ਜੀ। ਪਹਿਲਾਂ ਉਹ ਜੀ ਫਿਰ ਇੱਕ ਗੀਤ ਜੀ ਸਾਂਝਾ ਕਰੋ ਤਾਂ ਗੀਤ ਤੇ ਦੇ ਨਾਲ ਸਮਾਂ ਹੋ ਚੁੱਕਾ ਹੈ ਹੁਣ ਇਜਾਜ਼ਤ ਲੈਣ ਦਾ ਸਰੋਤਿਆਂ ਕੋਲੋਂ, ਕਿਉਂਕਿ ਵਿਸ਼ਾ ਇਹੋ ਜਿਹਾ ਹੈ ਕਿ ਗੱਲਾਂ ਕਰੀ ਜਾਈਏ ਤਾਂ ਖਤਮ ਹੀ ਨਹੀਂ ਹੋਣੀਆਂ, ਪਰ ਟਾਈਮ ਖਤਮ ਹੋ ਚੁੱਕਾ ਹੈਗਾ ਹੈ। ਪਰ ਇੱਕ ਵਾਦਾ ਰੋਜ਼ ਦੀ ਤਰ੍ਹਾਂ ਕਿ ਕੱਲ ਫੇਰ ਇਸੇ ਹੀ ਪ੍ਰੋਗਰਾਮ ਜਾਣੀ ਕਿ ਰੰਗ ਮੰਚ ਦੇ ਵਿੱਚ ਫੇਰ ਸ਼ਿਰਕਤ ਕਰਾਂਗੇ ਇੱਕ ਨਵੇਂ ਵਿਸ਼ੇ ਦੇ ਨਾਲ। ਅੱਜ ਅਸੀਂ ਨੌਹਾਂ ਦੇ ਫੇਵਰ ਚ ਗੱਲ ਕੀਤੀ, ਗੱਲ ਸੱਸਾਂ ਦੇ ਫੇਵਰ ਚ ਗੱਲ ਕਰਾਂਗੇ, ਕਿਉਂਕਿ ਸੱਸਾਂ ਵੀ ਸਾਰੀਆਂ ਮਾੜੀਆਂ ਨਹੀਂ ਹੁੰਦੀਆਂ ਤੇ ਨੌਹਾਂ ਵੀ ਸਾਰੀਆਂ ਚੰਗੀਆਂ ਨਹੀਂ ਹੁੰਦੀਆਂ ਹੈਗੀਆਂ। ਕਿਉਂਕਿ ਜਿੱਥੇ ਨੌ ਨੂੰ ਕਈ ਵਾਰ ਸੱਸ ਨੌਕਰ ਬਣਾ ਕੇ ਰੱਖਦੀ ਤੇ ਕਈ ਵਾਰ ਉੱਥੇ ਉਲਟਾ ਵੀ ਹੋ ਜਾਂਦਾ ਵਾ ਕਿ ਨੌ ਜਿਹੜੀ ਆ ਉਹ ਆਪਣੀ ਸੱਸ ਨੂੰ ਆਣ ਕੇ ਨੌਕਰ ਬਣਾ ਲੈਂਦੀ ਹੈ। ਵਿਸ਼ਾ ਬਚਣਾ ਨਹੀਂ ਜੇ ਤੁਸੀਂ ਅੱਜ ਸੰਖੇਪ ਕਰ ਦਿੱਤਾ ਤੇ ਇਸ ਕਰਕੇ ਹੁਣ ਕੱਲ ਇਹ ਵਿਸ਼ਾ ਜਿਹੜਾ ਇਹ ਲੈ ਕੇ ਆਵਾਂਗੇ। ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਾਂਝ ਪਾਉਣੀ ਆ ਇਸ ਪ੍ਰੋਗਰਾਮ ਦੇ ਵਿੱਚ ਤੇ ਸਾਨੂੰ ਜਿਹੜਾ ਕਮੈਂਟ ਕਰਕੇ ਵੀ ਦੱਸ ਸਕਦੇ ਹੈਗੇ ਆ, ਤੇ ਨਾਲ ਦੀ ਨਾਲ ਰੇਡੀਓ ਸਾਥ ਪ੍ਰੋਗਰਾਮ ਦੇ ਵਿੱਚ ਸਾਨੂੰ ਦੱਸ ਸਕਦੇ ਹੈਗੇ ਆ, ਸੁਝਾਅ ਦੇ ਸਕਦੇ ਕਿ ਤੁਹਾਨੂੰ ਇਹ ਪ੍ਰੋਗਰਾਮ ਕਿਵੇਂ ਦਾ ਲੱਗਾ। ਤੇ ਸੁਝਾਅ ਦੇਣ ਲਈ ਸਾਡਾ ਨੰਬਰ ਜਿਹੜਾ ਉਹ ਨੋਟ ਕਰ ਲਓ। ਨੰਬਰ ਹੈਗਾ ਜੀ 94 7 85 56 7 93 ਜੀ। ਤੇ ਕੱਲ ਮਿਲਾਂਗੇ ਇੱਕ ਨਵੇਂ ਵਿਸ਼ੇ ਦੇ ਨਾਲ, ਸੋ ਤਦ ਤੱਕ ਲਈ ਦਿਓ ਇਜਾਜ਼ਤ। ਜਿਉਂਦੇ ਵਸਦੇ ਰਹੋ, ਖੁਸ਼ ਰਹੋ, ਆਬਾਦ ਰਹੋ ਤੇ ਸੁਣਦੇ ਰਹੋ 90.4 FM ਤੇ ਅਵਤਾਰ ਰੇਡੀਓ, ਕੁਦਰਤ ਦੀ ਆਵਾਜ਼। ਸਤਿ ਸ੍ਰੀ ਅਕਾਲ ਜੀ। ਛੱਡ ਕੇ ਜਾ ਰਹੀ ਹਾਂ ਤੁਹਾਨੂੰ ਇਸ ਖੂਬਸੂਰਤ ਜਿਹੇ ਗੀਤ ਦੇ ਨਾਲ, ਤੇ ਜ਼ਿੰਦਗੀ ਜ਼ਿੰਦਾਬਾਦ।